अस्सलाम वालेकुम, नमस्ते, सत श्री अकाल। मैं थोड़ी दोस्त ते होस्ट शुभगुप्ता गिन्नी एक बारी फिर गिम्मी टीवी यूके तो पंजाबी बैठक ला के ਤੁਹਾਡੀ ਖidmat ਚ ਹਾਜ਼ਰ ਹਾਂ। ਜਿੱਥੇ ਜਿੱਥੇ ਤੁਸੀਂ ਬੈਠੇ ਹੋ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਇੱਕ ਐਸੇ ਮਹਿਮਾਨ ਨਾਲ ਮਿਲੋਗੇ ਜਿਹੜੇ अर्ली 70s ਦੇ ਵਿੱਚ NSO ਪੰਜਾਬ ਯੂਨੀਵਰਸਿਟੀ ਚ ਚੀਫ ਕਨਵੀਨਰ ਸਨ ਔਰ ਉਹਨਾਂ ਦੇ ਨਾਲ ਉਹਨਾਂ ਦਾ ਸਿਆਸੀ ਸਫ਼ਰ ਕਿਸ ਤਰ੍ਹਾਂ ਜੁੜਿਆ। ਉਹਦੇ ਬਾਅਦ ਅੱਜ ਕੱਲ੍ਹ ਉਹ ਜਿਹੜੇ ਨੇ ਉਹ ਕਮਿਊਨਿਟੀ ਡਿਵੈਲਪਮੈਂਟ ਦਾ ਕੰਮ ਕਰ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰੀਏ। ਸਾਡੇ ਨਾਲ ਜਨਾਬ ਅੱਜ ਦੀ ਬੈਠਕ ਦੇ ਵਿੱਚ ਮੌਜੂਦ ਨੇ ਫਿਆਜ਼ ਬਾਕਰ ਸਾਹਿਬ, ਕੈਨੇਡਾ ਦੇ ਕੈਪੀਟਲ ਓਟਾਵਾ ਤੋਂ। ਜਨਾਬ ਜੀ ਆਇਆਂ ਨੂੰ ਕਹਿੰਦੀ ਹਾਂ ਸਰ ਤੁਹਾਨੂੰ ਮੈਂ। ਸ਼ੁਕਰੀਆ ਜੀ, ਖੁਸ਼ ਰਹੋ, ਬੜੀ ਮਿਹਰਬਾਨੀ, ਤੁਸੀਂ ਮੈਨੂੰ ਇੱਜ਼ਤ ਦਿੱਤੀ, ਸੱਦਿਆ ਅੱਜ ਦੀ ਮਹਿਫਲ ਦੇ ਵਿੱਚ, ਮਜਲਿਸ ਵਿੱਚ, ਬੜਾ ਖੁਸ਼ ਹਾਂ। ਥੈਂਕ ਯੂ ਸੋ ਮਚ ਜਨਾਬ। ਸਾਨੂੰ ਨਹੀਂ ਸੀ ਪਤਾ ਤੁਸੀਂ ਕਿੱਥੇ ਲੁਕ ਕੇ ਬੈਠੇ ਹੋਏ ਹੋ ਤੇ ਅਸੀਂ ਤੁਹਾਨੂੰ ਲੱਭ ਲਿਆ ਜਨਾਬ। ਤੇ ਚੱਲੀਏ ਜੇ ਸਭ ਤੋਂ ਪਹਿਲੇ ਇਸ ਤੋਂ ਪਹਿਲੇ ਕਿ ਅਸੀਂ ਤੁਹਾਡੇ ਉਸ ਪਾਸੇ ਚੱਲੀਏ ਸਿਆਸੀ ਸਫ਼ਰ ਵਾਲੇ, ਮੈਂ ਚਾਹੁੰਦੀ ਹਾਂ ਕਿ ਤੁਸੀਂ ਕਿਉਂਕਿ ਕਮਿਊਨਿਟੀ ਡਿਵੈਲਪਮੈਂਟ ਦਾ ਇੱਕ ਤੁਸੀਂ ਮੈਨੂੰ ਦੱਸਿਆ ਸੀ, ਮੈਂ ਥੋੜਾ ਜਿਹਾ ਚਾਹਾਂਗੀ ਨਾਜ਼ਰੀਨ ਦੱਸੋ ਕਿ ਕਮਿਊਨਿਟੀ ਡਿਵੈਲਪਮੈਂਟ ਹੈ ਕੀ ਹੈ। ਕਮਿਊਨਿਟੀ ਡਿਵੈਲਪਮੈਂਟ ਇਹ ਹੈ ਜੀ ਕਿ ਲੋਕ ਜਿਹੜੇ ਹਨ ਉਹਨਾਂ ਨੂੰ ਆਪਣੀ ਕਿਸਮਤ ਦਾ ਮਾਲਿਕ ਖੁਦ ਬਣਨ ਦਾ ਮੌਕਾ ਦੇਣਾ, ਇਹ ਕਮਿਊਨਿਟੀ ਡਿਵੈਲਪਮੈਂਟ। ਕਿ ਆਪਣਾ ਰਹਿਣ ਬਹਿਣ, ਜੀਵਨ ਮਰਨ, ਉੱਠਣ ਬਾਹਣ, ਉਸ ਪਾਵਣ ਹੰਡਾਵਣ ਉਹਦਾ ਫੈਸਲਾ ਕਰਨ ਵਾਲੇ ਖੁਦ ਹੋਣ, ਕੋਈ ਹੋਰ ਕੋਈ ਉਸ ਦੀ ਜਗ੍ਹਾ ਤੇ ਨਾ ਕਰੇ। ਇਹਦੀ ਤਫਸੀਲ ਲੰਬੀ ਬਿਆਨ ਹੋ ਸਕਦੀ ਹੈ, ਲੇਕਿਨ ਮੁੱਖ ਦੀ ਜਿਹੜੀ ਗੱਲ ਹੈ ਇੱਕ ਨੁਕਤੇ 'ਚ ਉਹ ਹੈ ਕਿ ਲੋਕਾਂ ਨੂੰ ਆਪਣੇ ਜੀਵਨ ਦਾ ਮਾਲਕ ਖੁਦ ਬਣਨ ਦਿੱਤਾ ਹੁੰਦਾ। ਠੀਕ ਹੈ, ਬਿਲਕੁਲ ਠੀਕ ਹੈ। ਅਸੀਂ ਫਿਰ ਇਹ ਗੱਲਬਾਤ ਚੋਂ ਅੱਗੇ ਤੁਹਾਡੇ ਕੋਲੋਂ ਬੜੀਆਂ ਚੀਜ਼ਾਂ ਅਸੀਂ ਪੁੱਛਣੀਆਂ ਤੇ ਹੁਣ ਸਾਨੂੰ ਪਹਿਲੇ ਸਟਾਰਟ ਵਿਦ ਕਿ ਤੁਸੀਂ अर्ली 70s ਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਸਿਆਸੀ ਸਫ਼ਰ ਸ਼ੁਰੂ ਹੋਇਆ ਤੇ ਫਿਰ ਉਹ ਹੁਣ ਤੱਕ ਮੁਖਤਸਰਨ ਤੁਸੀਂ ਦੱਸੋ, ਕਿਉਂਕਿ ਫਿਆਜ਼ ਬਾਕਰ ਸਾਹਿਬ ਦੇ ਬਹੁਤ ਸਾਰੇ ਫੈਨਸ ਨੇ ਜਿਹੜੇ ਕਿ ਜਾਣਨਾ ਚਾਹੁੰਦੇ ਆ ਕਿ ਫਿਆਜ਼ ਬਾਕਰ ਸਾਹਿਬ 70 ਦੀ ਦਹਾਈ ਦੇ ਵਿੱਚ 1970 ਦੀ ਦਹਾਕੇ ਵਿੱਚ ਜਿਹੜਾ ਆਈ ਨਾ ਸਫ਼ਰ, ਉਹ ਇਹ ਆਈ ਕਿ ਸ਼ੈਤਾਨ ਨੂੰ ਬਾਹਰ ਲੱਭਣਾ ਤੇ ਉਹਨੂੰ ਵੱਟੇ ਮਾਰਨਾ। ਇੱਥੇ ਲੋਕ ਆਪਣੇ ਆਪ ਨੂੰ ਸਮਝਦੇ ਨੇ ਕਿ ਇਹ ਸ਼ੈਤਾਨ ਜ਼ਿੰਮੇਦਾਰ ਹੈ ਸਭ ਕੁਝ ਜੋ ਕੁਝ ਮੇਰੇ ਜੀਵਨ ਦੇ ਨਾਲ ਹੁੰਦਾ ਪਿਆ। ਜਿਸ ਵੇਲੇ ਵਾਸਤਾ ਪਿਆ ਆਪਣੇ ਆਪ ਉੱਤੇ ਜਾਤੀ ਪਾਈ, ਸੱਜੇ ਖੱਬੇ ਵੇਖਿਆ, ਮਾਰਾਂ ਖਾਧੀਆਂ, ਪਤਾ ਚੱਲਿਆ ਉਸ ਜ਼ਮਾਨੇ ਵਿੱਚ ਵੀ ਕਿ ਇੱਕ ਨਿੱਕਾ ਜਿਹਾ ਸ਼ੈਤਾਨ ਸਾਡੇ ਹਰ ਕਿਸੇ ਦੇ ਅੰਦਰ ਵੀ ਬੈਠਾ ਹੋਇਆ। ਜੇ ਤੱਕ ਉਹਨੂੰ ਪਹਿਲੇ ਨਾ ਮੁਕਾਵੀਏ ਨਾ, ਬਾਹਰ ਮੁਕਾਵਣ ਦੇ ਨਾਲ ਕੁਝ ਨਹੀਂ ਹੋਣਾ, ਕੋਈ ਜ਼ਿੰਦਗੀ ਬਦਲ ਨਹੀਂ ਪੈਣੀ। ਸਾਡੇ 'ਚ ਹਰ ਕਿਸੇ ਨੂੰ ਇਹ ਸਭ ਤੋਂ ਔਖਾ ਕੰਮ ਹੈ ਕਿ ਜਿਹੜਾ ਆਪਣੇ ਸਾਡੇ ਬੁੱਕਲ ਦੇ ਵਿੱਚ ਲੁਕਿਆ ਹੋਇਆ ਹੋਵੇ ਚੋਰ, ਉਹਨੂੰ ਸੁਣਾਉਣਾ, ਉਹਨੂੰ ਵੇਖਣਾ, ਉਹਨੂੰ ਹਟਾਉਣਾ। ਰਾਤ ਉਹਨੂੰ ਹਟਾ ਦਿਓ ਤਾਂ ਬਾਅਦ ਤੁਹਾਡੇ ਆਪਣੇ ਵਿੱਚ ਤੇ ਦੂਏ ਦੇ ਵਿੱਚ ਕੋਈ ਰਾਹ ਦੇ ਵਿੱਥ ਨਹੀਂ ਰਹਿੰਦੀ, ਤੁਸੀਂ ਰਲ ਬਹਿੰਦੇ ਹੋ, ਇੱਕੋ ਬਹਿੰਦੇ ਹੋ। ਉਸ ਵੇਲੇ ਕੰਮ ਇਹ ਆਈ ਲੋਕਾਂ ਦੇ ਨਾਲ ਹਿੱਕ ਹੋਣਾ, ਤੇ ਹੁਣ ਵੀ ਇਹ ਹੋਏ ਕਿ ਲੋਕਾਂ ਦੇ ਨਾਲ ਹਿੱਕ ਹੋਣਾ। ਸਮਝ ਇਹ ਆ ਗਈ ਕਿ ਉਹਦਾ ਕੰਮ ਸ਼ੁਰੂ ਆਪਣੇ ਆਪ ਤੋਂ ਹੋ ਸੀ। ਹਿੱਕ ਹੋਣ ਦਾ ਤਰੀਕਾ ਇਹ ਹੈ, ਉਸ ਵੇਲੇ ਸਮਝਾਉਂਦੇ ਆਸੇ ਹਿੱਕ ਹੋਣ ਦਾ ਇਹ ਤਰੀਕਾ ਹੈ ਕਿ ਤਲਵਾਰ ਚਾ ਕੇ ਸਿਰ ਵੱਢ ਦੇਣਾ। ਹੁਣ ਸਮਝ ਆਈ ਕਿ ਹੁਣ ਹਿੱਕ ਹੋਣ ਦਾ ਤਰੀਕਾ ਹੈ ਸਿਰ ਨਿਵਾ ਦੇਣਾ, ਨਿਮਾਣੇ ਬੰਦੇ ਦੇ ਅੱਗੋਂ, ਹੀਣੇ ਬੰਦੇ ਦੇ ਅੱਗੋਂ ਜਿਹੜਾ ਗੱਲ ਉਹ ਹੈ। ਪਹਿਲੇ ਵੀ ਉਹ ਗੱਲ ਆਈ, ਹੁਣ ਸਿਰਫ ਸਮਝ ਆਇਆ ਕਿ ਇਹਦਾ ਤਰੀਕਾ ਵੱਖਰਾ। ਇਹ ਇਤਨਾ ਫਰਕ ਪੈ ਗਿਆ। ਅੱਛਾ, ਇਹ ਫਰਕ ਤੇ ਜੇ ਮੈਂ ਇਹ ਤੁਹਾਨੂੰ ਕਵਾਂ, ਜਿਹੜੀ ਮੈਂ ਤੁਹਾਡੇ ਬਾਰੇ ਰਿਸਰਚ ਕੀਤੀ ਹੈ ਉਹਦੇ ਤੋਂ ਮੈਨੂੰ ਜਿਹੜਾ ਪਤਾ ਚੱਲਿਆ ਹੈਗਾ ਕਿ ਕਿਤੇ ਤੁਸੀਂ ਧੂਆਂਧਾਰ ਜਿਹਨੂੰ ਕਹਿੰਦੇ ਨਾ ਸਿਆਸਤ ਦੇ ਵਿੱਚ ਆਏ, ਬਾਏਂ ਬਾਜ਼ੂ ਦੀ ਉਹ ਟਾਈਮ, ਔਰ ਕਿਤੇ ਹੁਣ ਤੁਸੀਂ ਠੰਡੇ ਠਾਰ ਹੋ ਕੇ, ਮਤਲਬ ਠੰਡੇ ਠਾਰ ਹੋ ਕੇ ਲੋਕਾਂ ਨਾਲ ਜੁੜਨ ਦੀ ਗੱਲ ਕਰਦੇ ਹੋ, ਕਮਿਊਨਿਟੀ ਡਿਵੈਲਪਮੈਂਟ ਔਰ ਉਸ ਹਿਸਾਬ ਕਿਤਾਬ। ਇਹ ਟ੍ਰਾਂਸਫੋਰਮੇਸ਼ਨ ਇਹ ਕਿੱਥੋਂ, ਇੱਕ ਪਾਸੇ ਇਹ ਹੈ ਉਹ ਗੁਲਾਮ ਔਰ ਹੁਣ ਠੰਡਾ ਪਾਣੀ। ਇਹ ਸ਼ਾਹ ਲਤੀਫ ਭਿਟਾਈ ਤੇ ਬੜਾ ਸੋਹਣਾ ਇੱਕ ਸ਼ੇਰ ਹੈ ਸਿੰਧੀ ਵਿੱਚ, ਉਹਦਾ ਜਿਹੜਾ ਤਰਜਮਾ ਇਹ ਬਣਦਾ ਹੈ
कि कदाई पूरा मुंह बन वञो ते कदाई पूरा कन बन वञो, कदाई पूरा बकरा बन वञो ते कदाई पूरी छुरी बन वञो। असल ये गल है कि वो यार मनावन दा, यार बनावन दा ढंग सोचना आउंदा कि केड़ा है, कि केड़े तरीके नाल उन्हें मना सकने। इस वेले निवण दा वेला है या सिर चावण दा वेला है। साडे द्रोह ये हो गया है साडी वस्तुओं दे नाल, साडे मुल्क दे नाल, पूरे जड़ा है जड़ा इलाका हुण जनूबी एशिया आखदे हैं, जिसनूं पहले बर्रे सगीर हिंदुस्तान आखदे हन, कि असां जिथे निवणा चाहिए उत्थे असां खलो गए हैं ते जिथे खलोवना चाहिए उत्थे असां ढह गए हैं। ते ये गल है कि असां डाढियां दे अग्गों सिर निवा दिता है ते हीणियां दे अग्गों सीना तान ले। ये सारी विगाड़ दी बुनियाद है, क्योंकि जेड़े डाढे हैं उन्हां दी गल बाद च आउंदी है। पहले जेड़े हीणे वो तो आपस च रलन, एक दूए नाल रल के जो कुछ कर सकते हैं करन। वो मैनूं ये समझ आया, भुट्टो साहब ने गल की रोटी कपड़ा मकान दी, साडी जड़ा है बेशुमार लोग उत्ते पिछू चले, बाकी पार्टियां भी इहो गल करेंदियां पईयां, चाहे अवामी लीग आई, चाहे नेशनल अवामी पार्टी इस पासे, सारे जमहूरीयत की गल करेंदे हन, लोक राज की गल करेंदे हन, सैकुलरिज्म की गल करेंदे हन। लेकिन गल ये है कि वो रोटी कपड़ा मकान लोगों को मिले किवें। 70 साल हो गए असां लड़दे पे हैं। बहुत सारा ऐसा काम है जिहड़ा इस निज़ाम के अंदर रहंदे हुए कर सकते हैं, जिहड़ा हो सकता है तो होंदा नहीं पे। ਉਹ ਜੇ तक ना होवे, लोगों ਨੂੰ ਜੇ तक ਇਕੱਠੇ ਨਾ ਕੀਤਾ ਵੰਜੇ, ਉਹਨਾਂ ਨੂੰ ਤਰੀਕਾ ਨਾ ਦੱਸਿਆ ਵੰਜੇ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਕਿਵੇਂ ਹੈ, ਤੇ ਉਹਨਾਂ ਨੂੰ ਉਹਦਾ ਢੰਗ ਨਾ ਸਿਖਾਇਆ ਵੰਜੇ, ਉਹਨੂੰ ਲੈ ਕੇ ਅੱਗੋਂ ਟੁਰਨ ਦਾ ਰਸਤਾ ਨਾ ਕੀਤਾ ਵੰਜੇ, ਸਾਡੇ ਸਿਰਫ ਨਾਲਿਆਂ ਨਾਲ ਉਹਦਾ ਢਿੱਡ ਨਹੀਂ ਭਰੀ ਸਕਦਾ, ਉਹਨਾਂ ਦੇ ਸਿਰ ਤੇ ਛੱਤ ਨਹੀਂ ਆ ਸਕਦੀ, ਤੇ ਨਾ ਉਹ ਧਰੋਂ ਮੁੱਕ ਸਕਦਾ। ਜਿਹੜੇ ਉੱਤੇ ਬੈਠੇ ਨੇ ਉਹਨੇ ਬੈਠੇ ਹੋਣ, ਉਹਨਾਂ ਦੇ ਨਾਲ ਦਸਤ ਪੰਜਾ ਕਰਨ ਦਾ ਕੀ ਤਰੀਕਾ ਹੈ। ਇਹ ਮੁੱਢਲੀ ਗੱਲ ਹੈ, ਕਿਉਂਕਿ ਉਹਨਾਂ ਦੇ ਗੱਲ ਇਹ ਉਹਨਾਂ ਦੇ ਅੰਦਰ ਬੇਸ਼ੁਮਾਰ ਥੋੜਾ ਹੈ। ਉਹ ਬਹੁਤ ਸਾਰੇ ਕੰਮ ਹਨ ਜੋ ਖੁਦ ਕਰਨ ਦੇ ਕਾਬਿਲ ਕੋਈ ਨਹੀਂ। ਸਾਡਾ ਤੇ ਜਿਹੜੇ ਸਾਡੇ ਹੁਕਮਰਾਨ ਬੈਠੇ ਉਹਨਾਂ ਦਾ ਤਲੁਕ ਇਹ ਨਹੀਂ ਕਿ ਅਸਾਂ डिपेंडेंट हैं तो इंडिपेंडेंट हैं, असा मुथाज हैं वो मालिक हैं। ये इंटरडिपेंडेंस का तल्लुक, उन्होंने साढ़े बगैर काम नहीं चलता, साढ़ा उन्होंने बगैर काम नहीं चलता। जे सानू ये समझ आवन जे कि जे उन्होंने साढ़े बगैर काम नहीं चलता, साढ़ा उन्होंने बगैर काम नहीं चलता, तो जोड़ कित्थे बनावना, कित्थे मिल के काम करना। ये जो कम्युनिटी डिवेलपमेंट है उसकी गल आई। ये मतलब नहीं कि अस इनकार करने पे कि बेइंसाफी होती पई, बेइंसाफी होती पई है, बेइंसाफी के खिलाफ आवाज़ भी चावनी चाहिए है, लेकिन उसका सही तरीका क्या है। मैं तुहानू दसा एक मिसाल इहदी, जी जी जरूर, अपनी गल समझाउण वास्ते। कराची शहर जिहड़ा है ना साडा, ओहदी कोई 2 करोड़ आबादी हो सी। उस 2 करोड़ आबादी विच जिहड़ी अद्धी आबादी है ना, वो कच्ची आबादियां च रहिंदी। कच्ची आबादी का मतलब यह है कि उन्होंने कोई अपना घर, कोई जमीन का टुकड़ा, उन्होंने सिर ते छत कोई, ठीक है। कच्ची क्यों आते हैं, इस नहीं कि इस वास्ते नहीं कि कच्ची इट्टां दी बनी हुई है, गारे नाल लेपी हुई। कच्ची का मतलब है कि कागज कच्चे हैं, कई वेले उन्होंने उठा के उठू कट सकते। ये आई ये कई हुकूमत आईयां, भुट्टो साहब ने भी कानून बनाया, ज़िया तो लैके मुशर्रफ तक हर जमाने च होंदे जी लोगों को कानूनी तौर पर हक मिलना चाहिए, छत मिलनी चाहिए। लेकिन सरकार ने लोगों को छत देवन वास्ते जेड़े कानून बनाए, उस दे नाल किसी को छत नहीं मिली। कोई 10-20 साल तक ये होंदा रहा कि उन्होंने प्लाट रखे बेघर गरीब लोगों वास्ते, तो वो कई गरीब उसकी कीमत इतनी ज्यादा रखी कि कोई गरीब बंदा सारी जिंदगी की जी कमाई है ना पूंजी, वो भी दे दा भी तो प्लाट खरीद नहीं सकता।
ਹੂੰ ਅੱਛਾ, ਉਹ ਪਲਾਟ ਗਰੀਬਾਂ ਦੇ ਨਾਂ ਤੇ ਰੱਖੇ ਤੇ ਗਰੀਬ ਨੂੰ ਲੈ ਨਹੀਂ ਸਕਦਾ, ਉਹ 20 ਸਾਲ ਤੱਕ ਖਾਲੀ ਪੈ ਰਿਹਾ ਪਲਾਟ। ਤੇ ਜਿਹੜੇ ਪੈਸੇ ਵਾਲੇ ਬੰਦੇ ਹਨ ਜਾਂ ਸੌਖੇ ਬੰਦੇ, ਤੁਹਾਡੀ ਮੇਰੀ ਤਰ੍ਹਾਂ ਦੇ ਪੜ੍ਹੇ ਲਿਖੇ ਜਿਨ੍ਹਾਂ ਦੇ ਮੁਲਾਜ਼ਮ ਹਨ, ਉਹਨਾਂ ਨੇ ਉਹਦਾ ਸ਼ਨਾਖਤੀ ਕਾਰਡ ਲਿਆ ਜਾਂ ਉਹਦਾ ਨਾਂ ਲਿਆ, ਉਹਦੇ ਨਾਂ ਤੇ ਲੈ ਕੇ ਰੱਖ ਛੋੜੇ ਬਈ ਇਹਦੇ ਮੁੱਲ ਵਧ ਸੀ ਤੇ ਮੈਂ ਵੇਚ ਦੇ ਸੀ। ਠੀਕ ਹੈ। ਹੁਣ ਸਰਕਾਰ ਦੇ ਵਿੱਚ ਥੋੜ੍ਹ ਇਹ ਹੈ ਕਿ ਉਹਨਾਂ ਦਾ ਦਿਮਾਗ ਅਫਸਰ ਤਰੀਕੇ ਨਾਲ ਕੰਮ ਕਰਨ ਦਾ। ਉਹਨਾਂ ਦਾ ਖਿਆਲ ਹੈ ਅਸਾਂ ਚੰਨ ਹੁਕਮ ਦੇਸਾਂ ਨਿਕਲ ਆਓ ਸੀ, ਅਸਾਂ ਕਿਸਾਂ ਡੁੱਬ ਗਏ। ਜੇ ਨਾ ਨਿਕਲ ਸੀ ਤਾਂ ਅਸਾਂ ਐਲਾਨ ਕਰ ਦੇਸਾਂ ਕਿ ਚਾਂਦ ਦੇਖ ਲਿਆ ਗਿਆ ਜਾਂ ਨਹੀਂ ਦੇਖਾ ਗਿਆ। ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਸਾਡੇ ਆਖਣ ਨਾਲ ਹਰ ਸ਼ੈ ਨਹੀਂ ਹੋਣੀ। ਸਾਡੇ ਕੋਲ ਕੁਨ ਫਯਕੂਨ ਦੀ ਤਾਕਤ ਕੋਈ ਨਹੀਂ। ਲੋਕਾਂ ਨੂੰ ਜਾਣੇ ਬਗੈਰ, ਉਹਨਾਂ ਦੇ ਜੀਵਨ ਢੰਗ ਨੂੰ ਜਾਣੇ ਬਗੈਰ ਇਹ ਇਨਕਲਾਬੀਆਂ ਤੇ ਹੁਕਮਰਾਨਾਂ ਦੋਵੇਂ ਜੇ ਥੋੜ ਆਈ। ਲੋਕਾਈ ਦੀ ਜਾਣਕਾਰੀ ਕਿ ਉਹ ਕਿਵੇਂ ਹੈ। ਉੱਥੇ ਉਹਨਾਂ ਨੇ ਵਕਤ ਸਿੰਧ ਕੱਚੀ ਆਬਾਦੀ ਅਥਾਰਟੀ ਬਣਾਈ। ਉਹਦੇ 'ਚ ਅਫਸਰ ਆਏ, ਜਿਹੜੇ ਸਰਕਾਰੀ ਅਫਸਰ ਹੁੰਦੇ ਨੇ ਨਾ, ਉਹਨਾਂ ਦਾ ਬੁਨਿਆਦੀ ਅਸੂਲ ਹੋਣਾ ਤੇ ਡੋਂਟ ਸਟਿਕ ਯੂਰ ਨੈਕ ਆਊਟ, ਕਿ ਤੂੰ ਆਪਣੀ ਕੋਈ ਐਸੀ ਗੱਲ ਨਹੀਂ ਕਰਨੀ ਕਿ ਤੇਰੀ ਉੱਤੇ ਜ਼ਿਆਦਾ ਹੋਣ। ਇਸ ਵਾਸਤੇ ਕਾਮਯਾਬ ਸਰਕਾਰੀ ਅਫਸਰ ਦਾ ਬਿਹਤਰੀਨ ਫਾਰਮੂਲਾ ਹੁੰਦਾ ਕਿ ਕੁਝ ਨਾ ਕਰੋ, ਫਾਈਲ ਨੂੰ ਦਬਾ ਕੇ ਬੈਠੇ ਰਹੋ। ਉੱਤੋਂ ਆਰਡਰ ਆ ਗਿਆ, ਰੈਗੂਲੇਸ਼ਨ ਬਣ ਗਈ ਕਿ ਜੀ ਲੋਕਾਂ ਨੂੰ ਘਰ ਦੇ ਦਿਓ, ਪਲਾਟ ਬਣਾ ਦਿਓ। ਹੁਣ ਤੁਹਾਨੂੰ ਸਮਝ ਨਹੀਂ ਕਿ ਮੈਂ ਕੀ ਕਰਾਂ ਤੇ ਤੁਸੀਂ ਆ ਕੇ ਫਾਈਲ ਦਬਾ ਕੇ ਬਹਿ ਜਾਓ। ਮੈਂ ਇੱਕ ਛੋਟੀ ਤੁਹਾਨੂੰ ਮਿਸਾਲ ਦੱਸਾਂ। ਮੇਰਾ ਇੱਕ ਯਾਰ ਹੁੰਦਾ ਸੀ ਡੇਰਾ ਇਸਮਾਈਲ ਖਾਨ ਨੇ, ਜਦ ਮੈਂ ਉੱਥੇ ਲੈਕਚਰ ਬਣ ਕੇ ਗਿਆ, ਹਾਈ ਉਰਦੂ ਸਪੀਕਿੰਗ, ਉਹ ਸੋਹਣਾ ਜਿਹਾ ਮੈਂ ਥੋੜੇ ਉਰਦੂ ਸੁਣਾਇਆ ਸਾਂ, ਵਾਕਿਆ ਸਭ ਨੂੰ ਸਮਝ ਆਵੇ ਸੀ ਕਿਉਂਕਿ ਉਹ ਮਜ਼ਾ ਉਸ ਜ਼ਬਾਨ ਦੇ ਵਿੱਚ ਹੈ। ਠੀਕ ਹੈ। ਉਹ ਸਾਡੇ ਸੱਜੇ ਖੱਬੇ ਦੋਹਾਂ ਪਾਸੇ ਦੇ ਜਿਹੜੇ ਹਨ ਸੂਝਵਾਨ, ਕੋਈ ਬੁਰਾ ਨਾ ਮਨਾਵੇ, ਲੇਕਿਨ ਸਾਡੀ ਲੋਕਾਂ ਦੀ ਜਿਹੜੀ ਸੂਝ ਹੈ ਨਾ, ਸਰਕਾਰ ਦੀ ਸੂਝ ਵੀ ਜਿਹੜੀ ਥੋੜ ਆਈ ਸਾਡੀ, ਉਹ ਇਹ ਆਈ, ਉਹ ਸਗੜੀ ਕਹਿੰਦਾ ਇੱਕ ਬੰਦਾ ਮਰ ਗਿਆ ਤੇ ਹੁਣ ਉਹਦੇ ਮਾਤਮ ਵਾਸਤੇ ਇਕੱਠੇ ਹੋਏ ਉਹਦੇ ਵਲੀ ਵਾਰਿਸ, ਤੇ ਹੁਣ ਉਹ ਜਿਹੜਾ ਪਹਿਲਾ ਬੰਦਾ ਆਇਆ ਉਹਨੇ ਇਹ ਪਤਾ ਹੈ ਕਿ ਮਈਅਤ ਦੇ ਸਿਆਣੇ ਬਹਿ ਕੇ ਕੁਝ ਆਦੇ ਹਨ, ਲੇਕਿਨ ਉਹ ਇਹ ਨਹੀਂ ਪਤਾ ਕਿ ਆਦੇ ਕੇ ਹਨ, ਕਿ ਮਈਅਤ ਵਾਸਤੇ ਕੀ ਕਰਨਾ ਚਾਹੀਦਾ। ਅੱਛਾ, ਉਹਦੇ ਸਿਆਣੇ ਬਹਿ ਗਿਆ, ਉਸ ਆਖਿਆ ਹੁਣ ਇਹ ਅਦਬ ਦਾ ਤਕਾਜ਼ਾ ਹੈ ਕਿ ਬਈ ਮੈਂ ਇਹਦੇ ਸਿਰ ਤੇ ਲੋਗਨ ਨਜ਼ਰ ਆਵੇ कि मैं कोई विरद करना पिया, जिक्र पढ़ता पिया। तो उसने पढ़ना शुरू किया, कुछ नहीं आता क्या करूं, कुछ नहीं आता क्या करूं, कुछ नहीं आता क्या करूं। और दुआ आया, वो भी उन्हें आई, वो सज्जे पासे बह गया। उस पूछा, उस आखे इनू सुना ये क्या आता पिया, मैं वा तू वो आखसा। उन्हें वेखे वो आता पिया, कुछ नहीं आता क्या करूं। वो बह गया सज्जे पासे, उन्हें आखने जो करता जैसे तुम वैसे हम, जैसे तुम वैसे हम। वो बह गए। उत्तरी बंदा आया, वो खब्बे पासे बह गया, उसने दुआ न सुना, उसे के उस आखे वो आदा पे कुछ नहीं आता क्या करूं, वो आदा पे जैसे तुम वैसे हम। उन्हें त्री ने आखे जब तक चले चलाई जा, जब तक चले चलाई जा। जब ये साडा व्यवहार इन चलता रहा पिछले 7 दहाके। ठीक है। सरकारी जेडे सियासतदान हैं उन्हों का काम है लोगों को वादे करना। जितने तुम पढ़ लो पिछले घट कम अज कम 1970 तो लैके हुण तक 50 साल जेड़ा सियासतदान आए ना, किसी ने आख्या मैं लियारी को पेरिस बना दूंगा, किसी ने आख्या मैं कोयटा को पेरिस बना दूंगा, उन्होंने आख्या साडा काम है वादे करना। सरकारी अफसर का काम है फाइल दबावना, इनकलाबी का काम है नारे लावना, लोग उन्हें दुनिया खलोते हैं। ठीक है। हुण लोकां वास्ते के करीब है। उत्थे बाद एक बंदा आया जिसनों यह समझ आई कि यार लोगों को पुछना चाहिए कि वह क्या चाहते, लोगों को पुछना चाहिए कि यार तेरे ढिड पीड़ है, तेन दूर किवें करिए। लोगों को अपने मसलों का पता है, उन्होंने हल का भी पता है किवें करना चाहिए, वो राह पुछना चाहिए। उस बंदे का नाम है तस्लीम सिद्दीकी। ये मैं मिसाल देना पे अपनी गल समझाने वास्ते। उन्हें तस्लीम सिद्दीकी ने जो काम किया ना, ਉਹਦੇ ਨਾਲ ਉਹ ਜਿਹੜੀ 1 ਕਰੋੜ ਆਬਾਦੀ ਹੈ ਉਹਦੇ ਕਮ ਅਜ਼ ਕਮ 60 ਤੋਂ 70 ਲੱਖ ਲੋਕਾਂ ਨੂੰ ਕਾਗਜ਼ਾਤ ਮਿਲ ਗਏ ਆਪਣੇ ਘਰਾਂ ਦੇ ਜਿੱਥੇ ਬੈਠੇ ਹੋਏ। ਮੈਂ ਇਹ ਨਫੀ ਨਹੀਂ ਕਰਨਾ ਪਿਆ ਕਿ ਦਰੋਹ ਦੀ ਜਾਂ ਬੇਇਨਸਾਫੀ ਦੀ ਮੁਖਾਲਫਤ ਨਹੀਂ ਕਰਨੀ ਚਾਹੀਦੀ, ਲੇਕਿਨ ਗਰੀਬ ਆਦਮੀ ਨੂੰ ਉਹ ਇੰਤਜ਼ਾਰ ਨਹੀਂ ਕਰ ਸਕਦਾ, ਉਹਨੂੰ ਹੁਣੇ ਵੀ ਕੁਝ ਚਾਹੀਦਾ, ਉਹਨੂੰ ਸਿਰ ਤੇ ਛੱਤ ਚਾਹੀਦੀ। अपने टब्बर नूं पालना है, बालां नूं पढ़ावना है, घर बार नूं चलावना है, ਉਹਦਾ ਕੀ ਹੱਲ ਹੋਵੇ। ਉਹਨੇ ਬਸ ਵੇਖਿਆ,
ਉਹਨੇ ਵੇਖਿਆ ਸਰਕਾਰ ਦੇ ਪਲਾਟ ਖਾਲੀ ਪਏ ਹੋਏ ਤੇ ਇਹ 20 ਸਾਲ ਹੋ ਗਏ ਕਈ ਨੇ ਪਲਾਟ ਨਹੀਂ ਲਏ, ਜਿਨ੍ਹਾਂ ਨੇ ਲੈਣ ਜਿਸ ਵੇਲੇ ਦਾ ਮੁੱਲ ਝੜ ਵੈਸੀ ਬਾਅਦ ਵੇਚਦੇ ਸਨ, ਗਰੀਬਾਂ ਨੂੰ ਕੋਈ ਨਹੀਂ ਢੇਵਣਾ। ਸਰਕਾਰ ਦਾ ਕੰਮ ਵੀ ਪੂਰਾ ਹੋ ਗਿਆ, ਅਗਲੇ ਇਲੈਕਸ਼ਨ ਆਖਸ਼ਨ ਜੀ ਮੈਂ ਇਹ ਕਰ ਦਿੱਤਾ, ਸਰਕਾਰੀ ਅਫਸਰ ਦਾ ਵੀ ਕੰਮ ਪੂਰਾ ਹੋ ਗਿਆ, उसने आखिया जी असा प्लाट कर दिते, गरीब को कोई नहीं देना। ठीक है, उसने वेख्या कि गरीब अपना हल किवें कढेंदा, उन्हें वेख्या सारी कच्ची आबादी बैठे हैं। कच्ची आबादी च होंदा है एक बंदा जिहड़ा त्रिखा बंदा होंदा है, जिहड़ा सियासतदानां नूं भी जानदा है ते सरकारी अफसरां नूं भी जानदा, उन्हां दा ज़हन किवें काम करदा उहनूं भी जानदा। दा पेच वो वहिंदा है कि जमीन दे टुकड़े ते कब्जा कर लैंदा, ऐलान कर दिंदा, ਉਹਦਾ ਨਾਮ ਲਿਖ, अगर उसनूं ਇਹ ਹੋਵੇ कि भी किथां सरकार ਇਹਨੂੰ ਸਫਾਇਆ ਨਾ ਕਰ ਦੇ, ਮਤ ਉਹਦਾ ਨਾਮ ਰੱਖ ਦਿੱਤਾ ਕੌਸਰ ਨਿਆਜ਼ੀ ਕਲੋਨੀ, ਮੁਸ਼ਰਫ ਕਲੋਨੀ, ਬੇਨਜ਼ੀਰ ਕਲੋਨੀ, ਤਾਂ ਕਿ ਜਿਹੜਾ ਢਾਵਣ ਆਵੇ ਜਿਹੜੀ ਹਕੂਮਤ ਉਹਨਾਂ ਨੂੰ ਆਖਣ ਵੇਖੇ ਜੀ ਇਹ ਬੇਨਜ਼ੀਰ ਸਾਹਿਬ ਦੇ ਨਾਂ ਤੇ ਬੜਿਆਂ ਨੂੰ ਢਾਵਣ ਆਵੇ, ਉਹਦਾ ਨਾਂ ਕੋਈ ਹੋ ਜਾ ਰੱਖ ਛੋੜੋ। ਉਸ ਤੋਂ ਬਾਅਦ ਐਲਾਨ ਕਰ ਦਿਓ ਕਿ ਜੀ ਇੱਥੇ ਪਲਾਟ तुसां लै सकते हो, जेड़ा भी नवा घर, क्योंकि साढ़े पिछले 70 साल ना बड़ी वड्डी तादाद गरीब बंदा वो शहर वाला है। अख्तर हमीद खान मेरे उस्ताद हैं, गुरु हैं, वो आदे हैं जो तरक्की गरीब वाल ना वने ना तो गरीब तरक्की वाल आवेंदे, जो तरक्की देहात दे गरीबड़े बंदे को नहीं गई वो टुर के शहर आ गया। बड़ी वड्डी गल कीती है कि गरीब वाल देहातां वाल पिंडां वाल तरक्की नहीं गई तो सारे चक के अपने आप नूं रोजी रोटी ਲਈ ਉਹ ਸ਼ਰਮ ਆ। ਬਿਲਕੁਲ ਇਹਦੇ ਵਾਲਾ ਸੱਜੇ ਪੱਖ ਵਾਲੇ ਨੇ ਤਵੱਜੋ ਦਿੱਤੀ ਨਾ ਖੱਬੇ ਪੱਖ ਵਾਲੇ ਨੇ ਤਵੱਜੋ ਦਿੱਤੀ, ਠੀਕ ਹੈ ਨਾ। ਉਹ ਜਿਹੜਾ ਆ ਗਿਆ ਗਰੀਬ ਬੰਦਾ ਤਰੱਕੀ ਕੋਲ ਆ ਗਿਆ, ਹੁਣ ਉਹਨੂੰ ਘਰ ਵੀ ਚਾਹੀਦਾ, ਉਹਨੂੰ ਰੋਜ਼ਗਾਰ ਵੀ ਚਾਹੀਦਾ, ਉਹਨੂੰ ਜ਼ਮੀਨ ਦਾ ਟੁਕੜਾ ਵੀ ਚਾਹੀਦਾ, ਉਹਨੂੰ ਤਾਲੀਮ ਵੀ ਚਾਹੀਦੀ ਹੈ, ਉਹਨੂੰ ਸਿਹਤ ਵੀ ਚਾਹੀਦੀ। ਅੱਛਾ, ਇਹ ਬਾਬਾ ਜੀ ਨੇ ਅਖਤਰ ਹਮੀਦ ਖਾਨ ਨੇ ਉਸ ਤੇ ਕੰਮ ਸ਼ੁਰੂ ਕੀਤਾ, ਤਸੀਮ ਸਿੱਦੀਕੀ ਉਹਨਾਂ ਦੇ ਸ਼ਾਗਿਰਦ ਹੈ। ਠੀਕ, अख्तर हमीद खान ने गल ये है, अख्तर हमीद खान का थोड़ा तारुफ कराना इस गल वास्ते जरूरी है जी जरूर, कि अंग्रेज़ों के जमाने मेरे ख्याल कुल 6 मुसलमान हैं जो इंडियन सिविल सर्विस के मैंबर हैं, उन्हें चो एक अख्तर हमीद खान आगरे दे हैं, बड़े पढ़े लिखे आदमी हैं, बड़े मजबूत किरदार के बंदे हैं। हैं दमाद अलामा मशरकी दे। अच्छा जी हाँ, इन्होंने अंग्रेज सरकार च काम किया ते जेल्ले दूई जंग अजीम दे आखिरी 2 साल आए, जिसले काल पिया बंगाल दे विच, काल दी वजह यह आई कि चावल मौजूद आई, चावल ना होने की वजह काल नहीं पिया। सरकार ने हुक्म दिता असिस्टेंट कमिश्नर कि इनू गोदामां विच बंद करके रख लो, बर्मा दे विच साडी लड़ाई होंदी पई जापानियां नाल, साड़ी फौजां नूं लोड़ पौसी आण दी, उन्हां वास्ते चाहिदा। हमीद खान ने गोदामां दे मूँह खोल दिते, उन्हां के आओ ते लै वञो अपना हिस्सा। ओहदी जवाब तलबी हो गई। अज दे सरकारी अफसर नूं मैं दसना चाहना, तसीम सिद्दीकी भी सरकारी अफसर आई, अख्तर हमीद खान भी सरकारी अफसर। कई कोल वञो ना काम करना जायज़ करना, और जी मेरे हथ बन्ने होए मैं सरकारी अफसर, कूड़ मारन दी महारत है, वो कई दे कोई हथ नहीं बन्ने होए जरा कुछ करना चाहे। अख्तर हमीद खान ने आख्या जी मैं तुहाडा ऑर्डर नहीं मान सकता। उस आख्या क्यों? उन्हें आख्या वजह, उन्हें आख्या साड़ी जिहड़ी तरबियत की गई है इंडियन सिविल सर्विस, ओहदे आख्या गया है नैवर एक्सेप्ट ए वर्बल ऑर्डर, कि जबानी हुक्म नहीं मनना, तो तुस हमें लिख के दो। उस आख्या लिख के नहीं देने, उस आख्या मैं मनना नहीं। उन्हें उस वेले अस्तीफा दे दिता इंडियन सिविल सर्विस, जी दुनिया की बेहतरीन सर्विस शुमार होती है। उस तो बाद अलीगढ़ चले गए, जंदरे बनाना शुरू करते, 2 साल जंदरे बनाने वाले कारीगर के तौर पर काम किया। वाह, ऐसी स्ट्रेंथ ऑफ कैरेक्टर, क्या बात। वो उन्होंने बुनियादी असूल आई वाद्यान, वो सामने बैठे रहे, मैंने देखा ही नहीं, मैंने आंखें बंद कर ली वरना पर्दा कुछ न था। वाह वाह, ये है उन्होंने वेखण का तरीका कि लोगों का हल लभना है ना। मौजूद ने आख्या आवाम से सीखो। अख्तर हमीद खान ने आख्या आवाम को पुछो वण के कि भाई इसका हल के।
ਹੁਣ ਤਸੀਮ ਸਿੱਦੀਕੀ ਨੇ ਵੇਖਿਆ ਬਈ ਇਹ ਸਰਕਾਰ ਦੇ ਪਲਾਟ ਤੇ ਪਏ ਹੋਏ ਖਾਲੀ, ਗਰੀਬ ਆਬਾਦ ਨੇ ਲੱਖਾਂ ਦੀ ਤਾਦਾਦ ਚ, ਹੋਰ ਜਗ੍ਹਾ ਤੇ ਆਬਾਦ ਨੇ, ਉਹ ਕੱਚੀ ਆਬਾਦੀਆਂ ਚ। ਕੱਚੀ ਆਬਾਦੀ ਗੈਰ ਕਾਨੂੰਨੀ ਹੈ, ਲੇਕਿਨ ਉਹਨਾਂ ਨੂੰ ਪਹਿਲੇ ਉਹ ਜ਼ਮੀਨ ਦੇਣਾ। ਉਹਨਾਂ ਨੇ ਕੀਮਤ ਇਤਨੀ ਘੱਟ ਰੱਖੀ ਹੈ, ਪਹਿਲੀ ਗੱਲ ਕਿ ਗਰੀਬ ਆਦਮੀ ਦੀ ਪਹੁੰਚ ਚ ਹੁੰਦੀ। ਜੇ ਸਰਕਾਰ ਨੇ 1 ਲੱਖ ਰੁਪਇਆ ਰੱਖਿਆ ਨਾ, ਤੇ ਉਹਨਾਂ ਨੇ 10,000 ਰੁਪਏ ਰੱਖ ਦਿੱਤੇ ਮਿਸਾਲ ਦੇ ਤੌਰ। ਉਸ ਤੋਂ ਬਾਅਦ ਉਹਦੀ ਕਿਸ਼ਤਾਂ ਬਣਾ ਦਿੱਤੀਆਂ। ਉਹਨਾਂ ਨੂੰ ਪਤਾ ਹੈ ਕਿ ਬਈ ਇਹ ਵਿਚਾਰਾ ਇਹ ਕਿਸ਼ਤ ਨਹੀਂ ਦੇ, ਉਸ ਆਖੇ ਯਾਰ ਤੂੰ 12 ਕਿਸ਼ਤਾਂ ਦੇ ਦੇ, ਇਹ ਪਲਾਟ ਤੇਰਾ ਹੋ ਗਿਆ। ਹੁਣ ਉਸ ਤੋਂ ਬਾਅਦ ਉਹਨੂੰ ਕਰਜ਼ਾ ਚਾਹੀਦਾ, ਉਹਦੇ ਮਕਾਨ ਬਣਾਉਣਾ। ਉਹਨੂੰ ਆਖਿਆ ਪਹਿਲੇ ਤੂੰ ਕੱਦ ਪਾ ਲੈ, ਚਵਾਂ ਪਾਸੇ 1 ਕਮਰਾ ਬਣਾ ਲੈ, ਇਹਦਾ ਕਰਜ਼ਾ ਵੀ ਮੈਂ ਤੈਨੂੰ ਲੈ ਦੱਸ। ਮਿਸਤਰੀ ਤਿਆਰ ਕੀਤਾ ਹੋਇਆ, ਉਹਨੂੰ ਬੰਦੇ ਨੂੰ ਆਖਦੇ ਥੱਲੇਦਾਰ, ਮਿਸਤਰੀ ਉਹਨੂੰ ਬਣਾ ਕੇ ਦਿੰਦਾ। ਅੱਛਾ, ਉਹ ਜਿਹੜਾ ਦਿੰਦਾ ਨਾ ਪਲਾਟ, ਉਹਦੇ ਡਿਵੈਲਪਮੈਂਟ ਦੇ ਖਰਚਾ ਨਹੀਂ ਹੁੰਦਾ, ਉਹ ਵੀ ਕਿਸ ਤਰ੍ਹਾਂ ਹੀ ਲੈਂਦੇ ਆ ਕਿ ਪਾਣੀ ਸੀਵਰੇਜ ਬਾਕੀ ਜ਼ਰੂਰਤਾਂ। ਉਹਨਾਂ ਆਖਿਆ ਜੀ ਪੂਰੀਆਂ ਹੋ ਸਕ, ਕਿਸ ਤਰ੍ਹਾਂ ਦੱਸੋ ਇਤਨੀ ਕਿ ਤੁਹਾਡੀ ਤਨਖਾਹ ਦਾ 3, 4, 5ਵਾਂ ਹਿੱਸਾ ਦੇ ਬਰਾਬਰ ਹੋਵੇ ਕਿਸ਼ਤ। ਉਹ ਲੋਕ ਮਕਾਨ ਬਣਾਉਂਦੇ ਆ। ਇੱਕ ਸ਼ਰਤ ਹੈ, ਇਹ ਨਹੀਂ ਕਿ ਤੂੰ ਮਕਾਨ ਮੁੱਲ ਲੈ ਕੇ ਤੇ ਇਹਦਾ ਮਾਲਕ ਬਣਨਾ ਪਲਾਟ। ਤੂੰ ਆਪਣੇ ਬਾਲ ਬੱਚਿਆਂ ਨੂੰ ਸਾਰਿਆਂ ਨੂੰ ਲੈ ਕੇ ਇੱਥੇ ਆਉਣਾ, ਇੱਥੇ ਰਹਿਣਾ ਸ਼ੁਰੂ ਕਰਨਾ, ਇੱਥੇ ਕੱਦ ਪਾਉਣੀ ਹੈ, ਕਮਰਾ ਪਾਉਣਾ, ਤਾਂ ਇਹਦਾ ਮਾਲਕ ਬਣ। ਵਾਹ, ਠੀਕ ਹੈ ਨਾ ਜੀ। ਤਸੀਮ ਸਿੱਦੀਕੀ ਨੇ ਵੇਖਿਆ ਕਿ ਇਹ ਤਰੀਕਾ ਅਗਰ ਗਰੀਬ ਨੂੰ ਤੁਸੀਂ ਦੇਵਣਾ। ਪਹਿਲੀ ਗੱਲ, ਸਰਕਾਰੀ ਅਫਸਰ ਜਿਹੜਾ ਸਿੰਧ ਕੱਚੀ ਆਬਾਦੀ ਅਥਾਰਟੀ ਦਫ਼ਤਰ ਵਹਿੰਦਾ ਹੈ, ਜਿਹੜਾ ਸਰਕਾਰੀ ਅਫਸਰ ਦਾ ਤਰੀਕਾ ਹੁੰਦਾ ਹੈ, ਉਹ ਸਰਕਾਰੀ ਕੰਮ ਦੀ ਬੁਨਿਆਦ ਹੈ ਲੋਕਾਂ ਦੇ ਇਤਮਾਦ ਨਾ ਕਰਨ ਦੀ। ਜਿਹੜਾ ਕੰਮ ਸਿੱਧਾ ਹੈ ਨਾ ਕਰਨ ਦਾ, ਉਹਨੂੰ ਪੇਚੀਦਾ ਤਰੀਕੇ ਨਾਲ ਕਰੇ ਸਨ। ਉਹਦੇ 100 ਸ਼ਨਾਖਤੀ ਕਾਰਡ ਲੈ ਆਓ, ਦਰਖਾਸਤ ਦੀ 3 ਕਾਪੀਆਂ ਲੈ ਆਓ, ਫਲਾਣੇ ਬੈਂਕ ਤੋਂ ਚਲਾਨ ਲੈ ਆਓ, ਬੈਂਕ 10 ਮੀਲ ਦੂਰ ਹੋ ਸੀ, ਸ਼ਨਾਖਤੀ ਕਾਰਡ 15 ਮੀਲ ਉਹਦੇ ਘਰ ਤੋਂ ਦੂਰ ਹੋ ਸੀ, ਦਿਹਾੜੀ ਤੁਰੇ ਸੀ, ਵੰਝ ਕੇ ਕਤਾਰੇ ਖਲੋਤਾ ਰਹਾ ਸੀ, ਉਹ ਜ਼ਲੀਲੋ ख्वार हो सी, वाती कोई ना कोई अगर चाहे ਉਹਦੇ ਉੱਤੇ ਇਤਰਾਜ਼ ਲਾ ਕੇ ਉਹਨੂੰ ਵਾਪਸ ਕਰ ਦਿੱਤਾ। ਤਸੀਮ ਸਿੱਦੀਕੀ ਨੇ ਪਹਿਲਾ ਫੈਸਲਾ ਕੀਤਾ ਇਹ ਕਿ ਸਿੰਧ ਕੱਚੀ ਆਬਾਦੀ ਅਥਾਰਟੀ ਦੇ ਦਫ਼ਤਰ ਉਹਨਾਂ ਕੱਚੀ ਆਬਾਦੀਆਂ 'ਚ ਬਣ ਸਨ ਜਿਹਦੇ ਲੋਕ ਰਹਿੰਦੇ। ਵਾਹ। ਜਿਹੜੇ 60-70 ਹਨ ਨਾ ਕੰਮ ਕਰਨੇ, ਉਹਨਾਂ ਆਖਿਆ ਉਹ ਖਤਮ, ਸਿਰਫ ਸ਼ਨਾਖਤੀ ਕਾਰਡ ਦੀ ਕਾਪੀ ਲੈ ਆਓ, ਉੱਥੇ ਹੱਥ ਨਾਲ ਲਿਖਿਓ ਦਰਖਾਸਤ ਲੈ ਬਸ। ਤੀਆ ਇਹ ਹੈ ਕਿ ਤੁਹਾਡੇ ਘਰ ਬਾਹਰ ਵਾਲੇ ਉੱਥੇ ਰਹਿੰਦੇ ਪਏ ਹੋਣੇ, ਇਹ ਤੁਸੀਂ ਸ਼ਰਤ ਪੂਰੀ ਕਰ ਦਿਓ। ਉਸ ਤੋਂ ਬਾਅਦ ਸਰਕਾਰ ਨੂੰ ਦਰਖਾਸਤ ਚਲੀ ਵੈਸੀ ਅਸਾਂ ਇਹਨੂੰ ਕੱਚੀ ਆਬਾਦੀ ਨੂੰ ਕਾਨੂੰਨੀ ਹੱਕ ਦਿਵਾਉਣ ਵਾਸਤੇ, ਰੈਗੂਲਰਾਈਜ਼ ਕਰਨ ਵਾਸਤੇ ਕੰਮ ਕਰੇ ਸਾਂ। ਉਹ 99 ਸਾਲ ਵਾਸਤੇ ਤੁਹਾਨੂੰ ਲੀਜ਼ ਬਣ ਵੈਸੀ ਮਿਲ ਵੈਸੀ, ਤੁਸੀਂ ਇਹਦੇ ਮਾਲਕ ਹੋ ਵੈਸੇ। ਪੂਰੇ ਨਕਸ਼ੇ ਬਣਾਏ ਉਹਨਾਂ ਕੱਚੀਆਂ ਆਬਾਦੀਆਂ ਨੇ ਬਣਵਾਏ। ਔਰੰਗੀ ਪਾਇਲਟ ਪ੍ਰੋਜੈਕਟ ਸਾਡੀ ਇੱਕ ਬੜੀ ਪਿਆਰੀ ਦੋਸਤ ਹੈ ਪਰਵੀਨ ਰਹਿਮਾਨ, ਉਹਦੇ ਕੋਲ ਸਾਰੇ ਕਰਾਚੀ ਦੀ ਕੱਚੀ ਆਬਾਦੀਆਂ ਦੇ ਨਕਸ਼ੇ ਹਨ। ਉਹਨੂੰ ਕਤਲ ਕਰਤਾ ਵਾਟਰ ਟੈਂਕਰ ਮਾਫੀਆ ਨੇ 2013 ਵਿੱਚ, 13 ਮਾਰਚ ਨੂੰ। ਉਹਨਾਂ ਨੂੰ ਮਾਲਕਾਨਾ ਹਕੂਕ ਦਿਵਾਉਣ ਵਾਸਤੇ ਕੰਮ ਕੀਤਾ। ਉਸ ਨਾਲ ਉਹਨਾਂ ਕੱਚੀ ਆਬਾਦੀਆਂ ਲੋਕਾਂ ਨੂੰ ਦਫ਼ਤਰ ਉੱਥੇ ਬਣ ਗਏ। ਦਿਹਾੜੀ ਕਈ ਨੂੰ ਛੋੜਨੀ ਪਊ, ਦਫ਼ਤਰ ਦਾ ਵਕਤ ਸ਼ਾਮ ਦਾ ਰੱਖ ਦਿੱਤਾ ਕਿ ਦਿਹਾੜੀ ਜਿਸ ਵੇਲੇ ਖਤਮ ਹੋਏ ਉਸ ਵੇਲੇ ਦਫ਼ਤਰ ਆਉਣਾ ਪਊ। ਜ਼ਾਬਤੇ ਘਟਾ ਦਿੱਤੇ, ਉਹਨਾਂ ਨੂੰ ਮਾਲਕਾਨਾ ਹਕੂਕ ਦਿਵਾ ਦਿੱਤੇ। ਇਸ ਵਜ੍ਹਾ ਤੋਂ ਝੰਡੇ ਚ ਆਉਣ ਤੋਂ ਮੈਂ ਇਸ ਪਾਸੇ ਆਇਆ। ਤੇ ਇਹੋ ਜਿਹਾ ਇੱਕ ਕੰਮ ਨਹੀਂ, ਸਾਡੇ ਮੁਲਕ 'ਚ 100 ਕੰਮ ਐਸੇ ਹੋਏ, ਲੇਕਿਨ ਸਾਡੇ ਮੁਲਕ ਦੀ ਬਦਕਿਸਮਤੀ ਇਹ ਹੈ ਕਿ ਜਿਹੜੇ ਕੋਈ ਬੰਦਾ ਕੰਮ ਕਰਦਾ ਹੈ ਸਾਡੀ ਕੋਈ ਤੱਕ ਨਹੀਂ ਪਾਉਂਦੀ ਉਹਦੇ ਉੱਤੇ। ਜਿਹੜੇ ਵੇਲੇ ਬਾਹਰ ਦਾ ਕੋਈ ਬੰਦਾ ਉਹਦਾ ਜ਼ਿਕਰ ਕਰਦਾ ਹੈ ਫਤਿਹ ਖਾਦੇ, ਹਾਂ ਬਈ ਇਹਨੇ ਬੜਾ ਕੰਮ ਕੀਤਾ। ਅਖਤਰ ਹਮੀਦ ਖਾਨ ਨਾਲ ਇਹ ਹੋਇਆ। ਉਹਨਾਂ ਦੇ ਨਾਲ ਕੁਝ ਹੋਰ ਬੰਦੇ ਨੇ, ਸ਼ੋਇਬ ਸੁਲਤਾਨ ਖਾਨ ਸਾਹਿਬ ਹਨ, ਤਸਨੀਮ ਸਿੱਦੀਕੀ ਹੈ, ਇਹਨਾਂ ਸਭ ਨੂੰ ਇੱਕ ਅਵਾਰਡ ਮਿਲਿਆ। ਫਿਲੀਪੀਨ ਦੇ ਸਦਰ ਰਾਮੋਨ ਮੈਗਸੈਸੇ ਦੇ ਨਾਂ ਤੇ ਇੱਕ ਅਵਾਰਡ ਸ਼ੁਰੂ ਹੋਇਆ ਜਿਸ ਨੂੰ ਏਸ਼ੀਆ ਦਾ ਨੋਬੈਲ ਪ੍ਰਾਈਜ਼ ਆਖਦੇ ਨੇ। ਇਹਨਾਂ ਲੋਕਾਂ ਨੂੰ ਰਾਮੋਨ ਮੈਗਸੈਸੇ ਅਵਾਰਡ ਮਿਲੇ ਸਭ ਨੂੰ ਆਪਣੇ ਕੰਮਾਂ। ਜੈਸੇ ਰਾਮੋਨ ਮੈਗਸੈਸੇ ਅਵਾਰਡ ਮਿਲਿਆ, ਮਿਸਾਲ ਤੌਰ ਤੇ ਵਜ਼ੀਰ ਆਜ਼ਮ ਸਾਹਿਬ ਨੂੰ ਖਬਰ ਮਿਲੀ, ਉਹਨਾਂ ਨੇ ਸ਼ੋਇਬ ਸੁਲਤਾਨ ਨੂੰ ਫੋਨ ਕੀਤਾ, ਹੈ ਤੂੰ ਇਤਨਾ ਵੱਡਾ ਕੰਮ ਕੀਤਾ। ਉਹ 10 ਸਾਲ ਕੰਮ ਕਰਾਂਦੇ ਰਹੇ, ਕਿਸੇ ਨੇ ਉਸ ਵੱਲ ਧਿਆਨ ਹੀ ਨਹੀਂ ਕੀਤਾ। ਉਹਨਾਂ ਨੇ 10 ਸਾਲਾਂ ਦੇ ਵਿੱਚ ਜਿਹੜੇ ਸਾਡੇ ਸ਼ੁਮਾਲੀ ਇਲਾਕਿਆਂ 'ਚ ਗਿਲਗਿਤ ਬਲਤਿਸਤਾਨ
ਤੇ ਚਤਰਾਲ ਦੇ ਇਲਾਕੇ ਜਿਹੜੇ ਇੰਤਹਾਈ ਦੂਰ ਦੁਰਾਡੇ ਔਖੇ ਇਲਾਕੇ, ਮਤਲਬ ਐਸੇ ਐਸੇ ਦਿਹਾਤ ਹਨ ਜਿੱਥੇ ਪੈਦਲ ਟੁਰ ਕੇ ਆਉਣਾ ਪੈਂਦਾ, 5 ਦਿਨ ਲੱਗਦੇ ਹਨ। ਉਹਨਾਂ ਸਭ ਦੇ ਘਰਾਂ ਦੇ ਨਾਲ ਮੁਕਾਲਮਾ ਕਰਕੇ ਇੱਕ ਇੱਕ ਦਿਹਾਤ ਬਣ ਕੇ ਸ਼ੋਇਬ ਸੁਲਤਾਨ ਖਾਨ ਨੇ 10 ਸਾਲਾਂ ਵਿੱਚ ਉਹਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ, 1 ਲੱਖ ਘਰਾਂ ਦੀ। ਉਹਨਾਂ ਨੇ ਕਦੇ ਕੋਈ ਨਾਰਾ ਨਹੀਂ ਲਾਇਆ ਆਪਣੀ ਜ਼ਿੰਦਗੀ ਦੇ ਵਿੱਚ, ਲੇਕਿਨ ਉਹਨਾਂ ਨੂੰ ਰਵਾਉਣ ਦਾ ਅਗਰ ਅਸੀਂ ਅਵਾਰਡ ਮਿਲਿਆ ਤੇ ਵਜ਼ੀਰ ਆਜ਼ਮ ਨੇ ਫੋਨ ਕੀਤਾ, ਬਈ ਤੂੰ ਬੜਾ ਜ਼ਬਰਦਸਤ ਕੰਮ ਕੀਤਾ, ਇਹ ਤਾਂ ਮੈਨੂੰ ਹੁਣ ਪਤਾ ਚੱਲਿਆ, ਅਸਾਂ ਕੀ ਕਰ ਸਕਦੇ ਹਾਂ ਪਾਕਿਸਤਾਨ ਵਿੱਚ। ਇਹ ਮੈਂ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਜਿਹੜਾ ਨਾ ਰੋਟੀ ਦਾ ਮਤਲਬ ਰੋਜ਼ੀ ਵਧਾਉਣਾ, ਲੱਖ ਲੋਕਾਂ ਦੀ ਆਮਦਨੀ ਨੂੰ ਦੁੱਗਣਾ ਕਰ ਦੇਣਾ, ਇਹ ਰੋਟੀ ਹੋ ਗਿਆ। ਮਕਾਨ ਦਾ ਮੈਂ ਤੁਹਾਨੂੰ ਦੱਸ ਦਿੱਤਾ। ਹੁਣ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ, ਬੜੀ ਦਿਲਚਸਪ, ਜਿਹੜੇ ਸਾਡੇ ਇੱਥੇ ਸੁਣਨ ਵਾਲੇ ਬਹੁਤ ਸਾਰੇ ਸੰਗੀਆਂ ਨੂੰ ਬੇਲੀਆਂ ਨੂੰ ਪਤਾ ਨਾ ਹੋ ਸੀ। ਸਰ ਤੁਹਾਨੂੰ ਅਸੀਂ ਤਦੇ ਲੱਭਿਆ ਅੱਜ, ਤੁਹਾਨੂੰ ਸ਼ੋਅ ਚ ਅਸੀਂ ਜ਼ਰੂਰ ਦੱਸੋ, ਬਿਲਕੁਲ ਦੱਸੋ। ਹਾਂ, ਹੁਣ ਤੁਹਾਨੂੰ ਦਿਲਚਸਪ ਗੱਲ ਦੱਸਾਂ, ਦੁਨੀਆ ਦੇ ਵਿੱਚ ਜਿਹੜੀ ਗਰੀਬੀ ਹੈ ਨਾ, ਉਹ 2 ਇਲਾਕੇ ਹਨ ਜਿਹੜੇ ਸਭ ਤੋਂ ਜ਼ਿਆਦਾ। ਇੱਕ ਜਨੂਬੀ ਏਸ਼ੀਆ, ਇਹ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ, ਕਿਉਂਕਿ 1.5 ਤੋਂ 2 ਅਰਬ ਬੰਦਾ ਇੱਥੇ ਰਹਿੰਦਾ। ਇੱਕ ਸਬ ਸਹਾਰਨ ਅਫਰੀਕਾ। ਸਬ ਸਹਾਰਨ ਅਫਰੀਕਾ ਜਿਹੜਾ ਸਰਾਈ ਇਲਾਕਾ ਹੈ, ਉੱਥੇ ਕੁਦਰਤੀ ਆਵਾਮਲ ਦੀ ਵਜ੍ਹਾ ਤੋਂ ਗਰੀਬ। ਸਾਡੇ ਇਲਾਕੇ ਦੀ ਗਰੀਬੀ ਹੈ ਨਿਜ਼ਾਮ ਦੀ ਵਜ੍ਹਾ ਤੋਂ, ਜਿਹੜਾ ਲੁੱਟ-ਪੱਟ ਦਾ ਨਿਜ਼ਾਮ ਹੈ। ਥੋੜ ਕੋਈ ਨਹੀਂ ਹੈ, ਗੰਗਾ ਜਮਨਾ है, सिंध है, ब्रह्मपुत्रा है, पानी है, भोए है, मतलब सब कुछ है। इत्थे भुखे लोगों ने पैदा की हुई, जिवें बंगाल का काल आई हुकूमत का पैदा किया होया, डाढियां दा इत्थे ही भुख ते गुरबत उन्हां दी पैदा की हुई। इस वास्ते उन जिहड़ा ये मैनू गल समझ आई। मैं उत्थे शोएब सुल्तान खान का काम वेख्या, अख्तर अमीर खान का काम वेख्या, बई रोटी कपड़ा। जिहड़ी गल मैं दसना चाहना कि दुनिया सब तो वड्डा गरीबी का जिहड़ा जमघट है वो साडे इलाके च। हुण पाकिस्तान ते मैं तुहानूं दस्सिया, तसीम सदीकी का काम भी दस्सिया, शोएब सुल्तान खान का भी दस्सिया, अख्तर अमीर खान का हाली मैंने नहीं दस्सिया। औरंगजेब 10 लाख लोगों की जिहड़ी कच्ची आबादी सब तो वड्डी, उत्थे लोगों के अपने पैसे नाल उन्होंने सैनीटेशन का निज़ाम पूरे उस कायम कर दिया। सरकारी अफसर नहीं कर सकते, सरकारी अफसर ना डिजाइनिंग आती है ना कॉस्टिंग आती है इस काम की, गरीबों वास्ते किवें करनी, उन्होंने किताबें जो हो ही नहीं सकता। लेकिन शोएब सुल्तान खान का काम जो 10 साल पूरे हुए, 1982 उन्होंने शुरू किया, 1992 वो मुक्या, तो 2 काम हुए। एक तो उन्होंने वजीर आज़म का टेलीफोन आया कि भाई 10 बाकी मुल्क किवें हो सकता, जो तू ना 3 जिले किया, गिलगित बल्तिस्तान ते चित्राल। दूआ यूनाइटेड नेशंस डेवलपमेंट प्रोग्राम है UNDP न्यूयॉर्क, उहदे हैनिंग कार्चर है एक बंदा, उन्हें आख्या कि तू ये दस तू पूरे जनूबी एशिया काम कर सकना। उन्हें आख्या हाँ मैं कर सकना। उन्होंने प्रोग्राम शुरू किया साउथ एशिया पावर्टी एलिविएशन प्रोग्राम। उहदे तहत उन्होंने दावत दी कि तुम हिंदुस्तान, बांग्लादेश, नेपाल, श्रीलंका, इन सब इलाके में के काम करो। ते हिंदुस्तान विच 1 करोड़ औरतों, 1 करोड़ घरों गरीबी की लकीर तो उत्ते चावण वाला काम शोएब सुल्तान खान ने किया। हिंदुस्तान का सब तो वड्डा गरीबी मुकावण का प्रोग्राम उहदे कायद शोएब सुल्तान खान साहब। एक पाकिस्तानी है जिहड़ा हिंदुस्तान है गरीबी हटावन का सब तो वड्डा प्रोग्राम चलता, भी साडे लोगों को इसका नहीं पता। सानू होर दूए बारे कहानियां पता हैं, दहशतगर्दी की कहानियां पता हैं, लड़ाइयां की गल्लां पता हैं, लेकिन ये नहीं पता कि असा अगर रल के करना चाहिए, एक दूजे की सूझ सियाण तो सीखना चाहिए, कितने वड्डे वड्डे काम कर सकते। तो हिंदुस्तान की तकरीबन सब रियासतों में हुकूमत ने फैसला किया। पहले कांग्रेस की हुकूमत ने, राजीव गांधी फाउंडेशन ने शोएब साहब को सद्या कि तुम सानू दसो काम किवें करना। आंध्र प्रदेश जिथे 1 करोड़ औरतों का, उत्थे BJP की हुकूमत है, वजीर आला ने आख्या, उत्थे सज्जे खब्बे जितनी
ਜਮਾਤਾਂ ਹਨ ਉਹਨਾਂ ਦੇ ਲੋਕਾਂ ਨੇ ਆਖਿਆ ਸ਼ੁਐਬ ਸਾਹਿਬ ਤੁਸੀਂ ਸਾਨੂੰ ਦੱਸੋ ਤੁਹਾਨੂੰ ਤਰੀਕਾ ਪਤਾ ਹੈ। ਹੁਣ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਾਂ, ਇਸ ਵੇਲੇ ਆਂਧਰਾ ਪ੍ਰਦੇਸ਼ ਸ਼ੁਐਬ ਸਾਹਿਬ ਗਏ, ਮੈਂ ਵੀ ਉਹਨਾਂ ਦੇ ਨਾਲ ਗਿਆ, ਮੈਂ ਨਾਲ ਲੈ ਕੇ ਗਏ ਕੁਝ ਅਰਸੇ ਬਾਅਦ। ਜਿਹੜੇ ਪਹਿਲੀ ਦਫਾ ਗਏ ਤੇ ਉੱਥੇ ਜਿਹੜਾ ਚੀਫ ਸੈਕਟਰੀ ਆਏ ਕਪੂਲਾ ਰਾਜੂ, ਉਹਨਾਂ ਆਖਿਆ ਸ਼ੁਐਬ ਸਾਹਿਬ ਤੁਸੀਂ ਇੱਥੇ ਆ ਤੇ ਗਏ ਹੋ ਦਾਵਾ ਕਰਕੇ ਮੈਂ ਗਰੀਬੀ ਮੁਕਾਉਣ ਵਾਲੇ ਕੰਮ ਕਰੇ ਸੀ, ਇਹ ਨਾ ਹੋਵੇ 6 ਮਹੀਨੇ ਬਾਅਦ ਤੁਸੀਂ ਸਾਨੂੰ ਆਖੋ ਜੀ ਅਸਾਂ ਤੁਹਾਡੀ ਸ਼ਰਤਾਂ ਨਹੀਂ ਪੂਰੀਆਂ ਕੀਤੀਆਂ, ਇਸ ਵਾਸਤੇ ਇੱਥੇ ਗਰੀਬੀ ਖਤਮ ਨਹੀਂ ਹੋ ਸਕਦੀ। ਮੈਂ ਤੁਸੀਂ ਦੱਸੋ ਕਿਹੜੀ ਹੈ, ਪਹਿਲੇ ਤੁਸੀਂ ਦੱਸ ਦਿਓ, ਬਾਅਦ ਵਿੱਚ ਨਾ ਹੋਵੇ ਕਿ ਤੁਸੀਂ ਮੁੱਦਾ ਸਾਡੇ ਉੱਤੇ ਪਾ ਦਿਓ ਆਪਣੀ ਨਾਕਾਮੀ। ਉਹਨੂੰ ਯਕੀਨ ਹੈ ਕਿ ਕੁਝ ਹੋ ਸਕਦਾ। ਸ਼ੁਐਬ ਸਾਹਿਬ ਆਖੇ ਮੇਰੀ 2 ਸ਼ਰਤਾਂ, ਇਹ ਮੈਂ ਆਪਣੇ ਸਭ ਸੰਗੀ ਨੂੰ ਦੱਸਣਾ ਚਾਹੁੰਦਾ, ਧੂਏਂਦਾਰ ਤੇ ਠੰਡੇ ਠਾਰ ਦੁਆ ਨੂੰ। ਸ਼ੁਐਬ ਸਾਹਿਬ ਨੇ ਆਖਿਆ 2 ਸ਼ਰਤਾਂ ਮੇਰੀਆਂ, ਇੱਕ ਇਹ ਕਿ ਲੋਕ ਖੁਦ ਚਾਹੁੰਦੇ ਹੋਣ ਕਿ ਅਸਾਂ ਗਰੀਬੀ ਖਤਮ ਕਰਨਾ ਚਾਹੁੰਦੇ, ਉਹਨਾਂ ਕੋਲ ਪੁੱਛੋ ਕਿ ਗਰੀਬੀ ਮੁਕਾਉਣਾ ਚਾਹੁੰਦੇ ਹੋ। ਦੂਆ ਇਹ ਕਿ ਉਹਦੇ ਵਾਸਤੇ ਉਹ ਮੁਨਜ਼ਮ ਹੋਣ, ਇਕੱਠੇ ਹੋਣ ਨੂੰ ਤਿਆਰ ਹੋਣ। ਜੇ ਇਹ 2 ਸ਼ਰਤਾਂ ਮੇਰੀਆਂ ਮੰਨ ਲੈ ਸਨ ਨਾ, ਉਹਨਾਂ ਨੇ ਆਖਿਆ ਮੇਰੇ ਉਸਤਾਦ ਅਖਤਰ ਅਮੀਰ ਖਾਨ ਨੇ ਦੱਸਿਆ ਕਿ ਇਹ ਜਿਹੜੇ ਕਾਨੂੰਨ ਹਨ ਦੇ ਆਰ ਲਾਈਕ ਲਾ ਗ੍ਰੈਵਿਟੀ, ਅਗਰ ਇਹ 2 ਕੰਮ ਕਰ ਲੈ ਸੋ ਤੁਸੀਂ ਗਰੀਬ ਕੋਲ ਪੁੱਛੋ ਕਿ ਬਈ ਗਰੀਬੀ ਮੁਕਾਉਣੀ ਹੈ, ਤੂੰ ਦੱਸ ਬਿਹਤਰੀਨ ਤਰੀਕਾ ਉਹਦਾ ਕੀ ਹੈ, ਉਹਦੇ ਵਾਸਤੇ ਇਕੱਠੇ ਹੋਣ ਨੂੰ ਤਿਆਰ ਹੋ ਤਾਂ ਗਰੀਬੀ ਮੁੱਕ ਵੈਸੇ। ਜਿਹੜਾ ਸ਼ੁਮਾਲੀ ਇਲਾਕੇ ਜਿਵੇਂ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ, ਉੱਥੇ ਜਿਹੜਾ ਇਹਨਾਂ ਦੇ ਕੰਮ ਦਾ ਤਰੀਕਾ ਇਹ ਹੈ, ਉਹਨੂੰ ਆਖਦੇ ਹਨ ਡਾਇਗਨੋਸਟਿਕ ਡਾਇਲੌਗ। ਸਾਡਾ ਕੋਈ ਸਰਕਾਰੀ ਅਫਸਰ ਇਹ ਨਹੀਂ ਕਰਿੰਦਾ, ਲੇਕਿਨ ਅਖਤਰ ਹਮੀਦ ਖਾਨ ਵੀ ਸਰਕਾਰੀ ਅਫਸਰ ਆਈ ਬਰਤਾਨਵੀ ਸਰਕਾਰ ਵਿੱਚ, ਸ਼ੁਐਬ ਸੁਲਤਾਨ ਖਾਨ ਸਿਵਲ ਸਰਵਿਸ ਦੇ ਵਿੱਚ ਹਨ, CSS ਦੇ ਵਿੱਚ, ਉਹ ਕਮਿਸ਼ਨਰ ਕਰਾਚੀ ਹਨ। ਉਸ ਤੋਂ ਬਾਅਦ ਉਹ ਗਏ ਪਿਸ਼ਾਵਰ ਅਕੈਡਮੀ ਫॉर ਰੂਰਲ ਡਿਵੈਲਪਮੈਂਟ ਦੇ ਡਾਇਰੈਕਟਰ ਬਣੇ। ਉਹਨਾਂ ਨੇ ਕੰਮ ਕਰਨ ਦੀ ਸ਼ੁਰੂ ਕੀਤੀ ਕੋਸ਼ਿਸ਼, ਉਹਨਾਂ ਨੂੰ ਆਫਿਸਰ ਸਪੈਸ਼ਲ ਡਿਊਟੀ ਬਣਾ ਕੇ ਮੁਅੱਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਤੰਗ ਆ ਕੇ ਸਿਵਲ ਸਰਵਿਸ ਤੋਂ ਛੁੱਟੀ ਲੈ ਲਈ। ਉਹਨਾਂ ਨੇ श्रीलंका ਜਮਾਨ ਕੇ ਕੰਮ ਕੀਤਾ, ਇਤਨਾ ਜ਼ਬਰਦਸਤ ਕੀਤਾ ਮਹਾਵੈਲੀ ਗੰਗਾ ਪ੍ਰੋਜੈਕਟ ਕਿ ਨਿਊਜ਼ ਵੀਕ ਨੇ ਪੂਰਾ 1 ਸਫੇ ਦਾ ਮਜ਼ਮੂਨ ਸ਼ੁਐਬ ਸੁਲਤਾਨ ਖਾਨ ਤੇ ਛਾਪਿਆ, ਐ ਮੈਨ ਮਿਸਟਰ ਖਾਨ। ਤੇ ਉਹਨਾਂ ਆਖਿਆ ਇਹ ਦੇਹੀ ਤਰੱਕੀ ਦਾ ਵਾਇਦ ਬੰਦਾ ਜਿਹੜਾ ਦਿਹਾਤ ਦੇ ਵਿੱਚ ਰਹਿੰਦਾ। ਤੇ ਇਹ ਗੱਲ ਹੈ, ਇਹ ਸਰਕਾਰੀ ਅਫਸਰ ਹਨ। ਇਸ ਵਾਸਤੇ ਕਿਸੇ ਸਰਕਾਰੀ ਅਫਸਰ ਦਾ ਆਖਣਾ ਕਿ ਜੀ ਮੇਰੇ ਹੱਥ ਬੱਧੇ ਹੋਏ, ਇਹ ਗੱਲ ਨਹੀਂ ਹੈ। ਤੁਹਾਡੇ ਪੈਰ ਬੱਧੇ ਹੋਏ, ਤੁਸੀਂ ਦਫ਼ਤਰ ਤੋਂ ਬਾਹਰ ਨਹੀਂ ਨਿਕਲਦੇ। ਤੁਹਾਡਾ ਜ਼ਿਹਨ ਬੱਧੇ ਹੋਇਆ, ਤੁਸੀਂ ਆਪਣੇ ਢੇਡ ਤੋਂ ਇਲਾਵਾ ਸੋਚੇਂਦੇ ਕੋਈ ਨਹੀਂ, ਲੋਕਾਂ ਦੇ ਭੁੱਖ ਦਾ, ਪੀੜ ਦਾ। ਸ਼ੁਐਬ ਸੁਲਤਾਨ ਖਾਨ ਦਾ ਤਰੀਕਾ ਜਿਹਨੂੰ ਆਖਦੇ ਹਨ ਡਾਇਗਨੋਸਟਿਕ ਡਾਇਲੌਗ, ਉਹ ਉਹਨਾਂ ਦੇ ਉਸਤਾਦ ਅਖਤਰ ਅਮੀਰ ਖਾਨ ਨੇ ਸਿਖਾਇਆ ਹੈ ਕਿ ਪਹਿਲੇ ਦਿਹਾਤ ਵੇਣਾ। ਮੈਂ ਮੁਖਤਸਰ ਗੱਲ ਕਰਕੇ ਖਤਮ ਕਰਨਾ, ਤੁਸੀਂ ਆਖੋ ਲੰਬੀ ਗੱਲ ਕਰ ਦਿੱਤੀ, ਲੇਕਿਨ ਇਹ ਗੱਲ ਬਹੁਤ ਅੱਛਾ, ਕਿਉਂਕਿ ਇਹ ਖਿਆਲਾਤ ਦੇਖੋ ਸਾਡੇ ਜਿਹੜੇ ਯੰਗ CSS ਆਫਿਸਰਸ ਨੇ, ਬਿਊਰੋਕ੍ਰੇਸੀ ਹੈ, ਬਾਕੀ ਮੇਰੇ ਜ਼ਿਹਨ ਚ ਹੁਣੇ ਤੁਸੀਂ ਪਾਣੀ ਪੀ ਲਓ, ਮੈਂ ਉਦੋਂ ਤੱਕ ਮੇਰੇ ਜ਼ਿਹਨ ਚ ਸਵਾਲ ਆ ਰਿਹਾ ਸੀ। ਹਾਂ, ਮੈਂ ਇਹ ਮੁਕਾਲਮਾ ਮੁਖਤਸਰ ਜੀ ਉਹਨਾਂ ਦਾ ਤਰੀਕਾ ਹੈ, ਇਹ ਮੈਂ ਤੁਹਾਨੂੰ ਦੱਸਣਾ ਬੜਾ ਜ਼ਬਰਦਸਤ ਹੈ। ਦਿਹਾਤ ਵੇਣਾ ਪਹਿਲੀ ਗੱਲ ਤੇ ਕਿ ਜਨਰਲ ਮੈਨੇਜਰ ਹਨ ਸ਼ੁਐਬ ਸਾਹਿਬ, ਜਿਹੜੇ ਲੀਡਰ ਹਨ ਸਾਰੀ ਟੀਮ ਦੇ, ਉਹ ਜ਼ਾਤੀ ਤੌਰ ਤੇ ਬਹਿੰਦੇ ਹੁੰਦੇ। ਜਨਰਲ ਮੈਨੇਜਰ ਦਾ ਮਤਲਬ ਹੈ ਜਿਵੇਂ ਚੀਫ ਕਮਿਸ਼ਨਰ ਹੋਵੇ ਜਾਂ ਵਜ਼ੀਰ ਆਲਾ ਹੋਵੇ, ਉਹਨਾਂ ਨੇ ਮਹੀਨਾ ਸਾਰੀ ਟੀਮ ਨੇ ਉਹਨਾਂ ਦੇ ਨਾਲ ਬਣੀ। ਉਸ ਤੋਂ ਪਹਿਲੇ ਆਪਣਾ ਸੋਸ਼ਲ ਆਰਗੇਨਾਈਜ਼ਰ ਕਰ ਲੈਂਦੇ ਹੁੰਦਾ, ਜਿਹੜਾ ਕਾਫੀ ਅਰਸਾ ਕੰਮ ਕਰਦਾ ਹੁੰਦਾ। ਸੋਸ਼ਲ ਆਰਗੇਨਾਈਜ਼ਰ 3 ਗੱਲਾਂ ਕਰਦਾ ਲੋਕਾਂ ਨੂੰ। ਉਹ ਆਖਦਾ ਹੈ ਕਿ ਬਈ ਦੱਸੋ ਗਰੀਬੀ ਖਤਮ ਕਰਨਾ ਚਾਹੁੰਦੇ ਹੋ ਤੇ ਅਸਾਂ ਤੁਹਾਡੇ ਨਾਲ ਕੰਮ ਕਰੇ ਸਾਂ, ਇਕੱਠੇ ਹੋ ਜਾਓ। ਹਾਂ, 3 ਸ਼ਰਤਾਂ ਪੂਰੀਆਂ ਕਰਨੀ ਪਊ। ਇਕੱਠੇ ਹੋ ਸੋ, ਹਰ ਹਫਤੇ 15 ਦਿਨ ਬਾਅਦ ਮਿਲ ਸੋ, मीटिंग करे सो, रिकॉर्ड रखे सो। दुआ बचत करे सो, गरीब तो गरीब आदमी भी ਉਹਦਾ ਇੱਕ ਨਫਸਿਆਤੀ ਬੰਦਿਸ਼ ਹੁੰਦੀ ਕਿ ਜੀ ਮੈਂ ਤਾਂ ਕੁਝ ਨਹੀਂ ਕਿਸੇ ਕੰਮ ਦੇ, ਭਾਵੇਂ ਰੁਪਇਆ ਕਰੋ, 8 ਨਾ ਕਰੋ, 54 ਕਰੋ, ਤੁਸੀਂ ਬਚਤ ਕਰਨੀ, ਉਹ ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਹੋ ਸੀ। ਹੁਣ ਇਸ ਵਕਤ ਟੈਨਸ ਆਫ ਮਿਲੀਅਨਸ ਆਫ ਡਾਲਰਸ ਇਕੱਠੇ ਹੋ ਚੁੱਕੇ ਨੇ ਉਹਨਾਂ ਗਰੀਬਾਂ ਦੇ ਅਕਾਊਂਟ ਦੇ ਵਿੱਚ, ਦੇ ਤਨਜ਼ੀਮਾਂ ਦੇ। ਠੀਕ ਹੈ, ਜਿਹੜੇ ਸ਼ੁਰੂ ਚ ਆਦੇ ਜੀ ਮੇਰੇ ਕੋਲ ਤਾਂ ਕੁਝ ਜੀ ਕੋਈ ਨਹੀਂ, ਮੈਂ ਤਾਂ ਜੀ ਗਰੀਬ ਬੜਾ ਬੰਦਾ ਨਹੀਂ, ਮੈਂ ਕੀ ਕਰੇ ਸਾਂ, ਬਚਤ ਕਰੇ ਸੋ। ਤੀਆ ਹੈ ਕਿ ਤੁਹਾਨੂੰ ਅਸਾਂ ਹੁਨਰ ਸਿਖਾਇਆ ਸਾਂ ਪੁਰਾਣੇ ਤਰੀਕੇ ਦੀ ਬਜਾਏ ਨਵੇਂ ਤਰੀਕੇ ਜਿਸ ਨਾਲ ਤੁਹਾਡੀ ਪੈਦਾਵਾਰ ਇਸ ਲਈ ਬਣ ਬਣੀ।
लेकिन ये दो अहम गल्लां उस आके तुसां एक चुनना सदर एक चुनना मैनेजर सदर उसनूं चुनना जिसदा गिरबान कल नूं फस सको सानू नहीं आके आखना कि असां चेक दिता है तो खा के ठीक है इस वास्ते अगर कहीं वो बात ਇਹਦਾ एक पैगाम बड़ा हुंदा आई किसी वड वडेरे नहीं बनावना कि जिसनूं फस ना सको कोई स्कूल टीचर है कोई रिटायर्ड सिपाही है कोई होर है और पता होंदा पढ़े लिखे भी हैं ਉਹਦੀ ਖਸੂਸੀਅਤ ਇਹ ਹੈ ਕਿ ਉਹ ਪੰਚਾਇਤੀ ਹੋਵੇ ਲੋਕਾਂ ਦੇ ਕੋਈ ਜਵਾਬਦੇਹ ਹੋਵੇ ਉਹਦਾ ਕਿਰਦਾਰ ਹੋਵੇ ਦੂਆ ਹੈ ਮੈਨੇਜਰ ਹੈ ਜਿਹੜਾ ਲਿਖ ਪੜ੍ਹ ਕਰ ਸਕੇ ਨੌਜਵਾਨ ਛੋੜ ਸਕੂਲ ਦਾ ਪੜ੍ਹਿਆ ਹੋਵੇ ਜਾਂ ਕਾਲਜ ਦਾ ਉਹਨਾਂ ਆਖੇ ਲੇਕਿਨ ਇਹਨਾਂ ਨੂੰ ਜਿਹੜਾ ਚੁਣਨਾ ਹੈ ਤੁਸੀਂ ਇਲੈਕਸ਼ਨ ਨਾਲ ਨਹੀਂ ਚੁਣਨਾ ਇਹ ਬੜੀ ਅਹਿਮ ਗੱਲ ਜਿਸ ਵੇਲੇ ਇਲੈਕਸ਼ਨ ਹੁੰਦੇ ਨਾ ਉਸੇ ਵੇਲੇ ਦੋ ਧੜੇ ਬਣ ਮੈਨੇ ਤੇ ਉਹ ਧੜੇ ਬੰਦੀ ਚਲਦੀ ਰਹਿੰਦੀ एक दूसरे की लक्ष्य के अंदर आने उन्हें आख्या सांझे सब ने मिल के चुनना सांझ दा हाँ कलेक्टिवनेस दा हाँ बिल्कुल बिल्कुल ठीक ये गल होगी ये वर्ड डायग्नोस्टिक जो डायलॉग होता है पहला डायलॉग उसे त्रै होंगे डायलॉग पहले डायलॉग जनरल मैनेजर आदा ही भाई साड़ी त्रै शर्तें तुम मनेंदे उन्हें आख्या उस तो बाद दिलचस्प गल होती है पहले डायलॉग और तुसा रल के सब दसो एक कोई काम जिस नाल तुहाडी वड्डी तादाद जिहड़ी है ओहदी गरीबी खत्म होगी तुहाडे ग्रां दी तुसां दसना असां नहीं दसना असां पहले तो अपने फार्मूले सोच के बैठने उन्हें कहने असां नहीं दसना मैं तुहानूं दस्सिया सा होया कि बाहर दूई मीटिंग ओह आण के पुछदे हैं बई केह् होया ओह आखदे जी सानूं एह चाहिदा एह कम्म होवणगे इस नाल साडी गरीबी खत्म होवेगी वह तो अपने टैक्नीकल जोड़े लोग होंगे ना इंजीनियर हैं या हॉर्टिकल्चरिस्ट है या एग्रीकल्चरिस्ट उन्होंने लाने कि फिजिबिलिटी बनाओ वो उन्होंने लोगों नाल बैठ के फिजिबिलिटी बनाते हैं तो वह तो उन्होंने को पूछते हैं कि ये केड़ी तुहाडे नज़दीक बेहतरीन है ओहदा वत लगता है हिसाब कि इस उत्ते कितना खर्चा चाहिए त्रीए डायलॉग है जो आते हैं भाई ये स्कीम है तुसें खुद मंजूर की खुद आखी ਇਹਦੇ ਵਾਸਤੇ ਇਹ ਅਸਾਂ ਤੁਹਾਨੂੰ ਚੈੱਕ ਦਿੰਦੇ ਪਏ ਇਸ ਚੈੱਕ ਨਾਲ ਜਿਹੜਾ ਸਮਾਨ ਲਾਉਣਾ ਇਸ ਕੰਮ ਨੂੰ ਕਰਨ ਵਾਸਤੇ ਉਹਦਾ ਖਰਚਾ ਤੇ ਜਿਹੜੇ ਬੰਦੇ ਮਜ਼ਦੂਰੀ ਉਹਨਾਂ ਦੀ ਮਜ਼ਦੂਰੀ ਹੈ ਰਜ਼ਾਕਾਰਾਂ ਦਾ ਇਹ ਮਤਲਬ ਨਹੀਂ ਕਿ ਰਜ਼ਾਕਾਰਾਂ ਦੇ ਔਰਤਾਂ ਸਦੂਏ ਨੂੰ ਜਗ ਜੋ ਵੀ ਤੂੰ ਰਜ਼ਾਕਾਰੀ ਕਰ ਮੈਂ ਆਪਣੀ ਦਿਹਾੜੀ ਤੇ ਬੰਦਾ ਬੰਦੇ ਜੋ ਦੇਸੋ ਲੇਕਿਨ ਸਭ ਨੂੰ ਮਜ਼ਦੂਰੀ ਮਿਲ ਸੀ ਕहीं ਦਿਹਾੜੀ ਨਾ ਟੁੱਟ ਇਹ ਮਿਲ ਕੇ ਕੰਮ ਕਰੇ ਸੋ ਹੁਣ ਮੈਂ ਆਖਰੀ ਗੱਲ ਕਰਾਂ ਕਿ ਲੋਕਾਂ ਦੀ ਆਮਦਨੀ ਦੁੱਗਣੀ ਕਿਵੇਂ ਹੋਵੇ ਤੁਹਾਡੀ ਮੇਰੇ ਤਰ੍ਹਾਂ ਪੜ੍ਹੇ ਲਿਖੇ ਵੰਜਣਾ ਸਾਡੇ ਆਪਣੇ ਅਫਲਾਤੂਨੀ ਖਿਆਲਾਤ ਹੋਣਾ ਵੀ ਕਿਵੇਂ ਹੋਣਾ ਚਾਹੀਦਾ ਅਕਸਰੀਅਤ ਦਿਹਾਤ ਦੇ ਲੋਕਾਂ ਨੇ ਆਖਿਆ ਕਿ ਜੀ ਸਾਨੂੰ ਵਾਟਰ ਚੈਨਲ ਚਾਹੀਦਾ ਕੂਹ ਲੱਗਦੇ ਨੇ ਅੱਛਾ ਕਿ ਜ਼ਮੀਨ ਸਾਡੇ ਕੋਲ ਬੇਆਬਾਦ ਪਈ ਹੈ ਪਾਣੀ ਗਲੇਸ਼ੀਅਰ ਪਿਘਲ ਕੇ ਆਉਂਦੇ ਪੈਣ ਵਾਟਰ ਚੈਨਲ ਨਹੀਂ ਜਿਹੜਾ ਉਹਨਾਂ ਜ਼ਮੀਨਾਂ ਤੱਕ ਲੈ ਕੇ ਵੰਡ ਸਕੇ ਠੀਕ ਹੈ ये साढ़े सरमाया जखीरा है पानी इतों सारे बन के सिंध दरिया में शामिल होंगे साढ़े को पानी नहीं आता साढ़े नाल उन्होंने कूल बनाए उन्हें कूल दे बनन दे नाल जेड़ी जमीन आई बेआबाद जेड़ी आबाद जमीन आई दुगनी हो गई बेआबाद जमीन उतनी आमदनी दुगनी हो गई ना जी कोई लंबे चौड़े ओहदे वास्ते आजाद शुमार सर्वे की लोड़ ही अपनी अखी नाल वेख सकते लेकिन वो लोगों ने दसिया मैं इतने गल खत्म कर क्योंकि ये कहानी मेरी खत्म नहीं होनी मैं तुहाडे नाल जिक्र कीता मैं तुहानूं 10 कहानियां वक्खरियां दसियां तुहाडे आंदा हां जी ओ तुहाडी मेरी कमिटमेंट है क्योंकि इन्ना जबरदस्त है नॉलेज है तुहाडा ਇਹ ਜਾਣਾ ਚਾਹੀਦਾ ਲੋਕਾਂ ਤੱਕ ਹੁਣ ਮੇਰੇ ਜ਼ਿਹਨ 'ਚ ਜਿਹੜੀ ਗੱਲ ਆ ਰਹੀ ਸੀ ਕਿ ਤੁਸੀਂ ਜਿਹੜੀ ਮਿਸਾਲਾਂ ਦਿੱਤੀਆਂ ਨੇ ਸ਼ੋਇਬ ਖਾਨ ਸਾਹਿਬ ਦੀ ਤਸਨੀਮ ਸਦੀਕੀ ਅਖਤਰ ਉਮੀਦ ਖਾਨ ਸਾਹਿਬ ਦੀ ਅੱਜ ਦੇ ਦੌਰ ਦੇ ਵਿੱਚ ਆਪਣੇ ਸਾਡੇ ਆਪਣੇ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰ ਰਹੀ ਹਾਂ ਜਾਂ ਜਨਰਲੀ ਚਲੋ ਸਾਊਥ ਏਸ਼ੀਆ ਦੀ ਗੱਲ ਕਰ ਲੈਂਦੀ ਹਾਂ ਸਪੈਸੀਫਿਕਲੀ ਪਾਕਿਸਤਾਨ ਦੀ ਇਹ ਹੁਣ ਕਿਹੜੀ ਕਮੀਆਂ ਰਹਿ ਗਈਆਂ ਨੇ ਕਿ ਸਾਡੇ ਕੋਲ ਇਹੋ ਜਿਹੇ ਬੰਦੇ ਘੱਟ ਕਿਉਂ ਨੇ ਤੇ ਲੋਕ ਕਿਉਂ ਗਰੀਬ ਤੋਂ ਗਰੀਬਤਰ ਹੋਈ ਜਾ ਰਹੇ ਹੁਣ ਵੀ ਹਨ ਉਹ ਗੱਲ ਹੈ ਵਤ ਮੇਰੇ ਉਸਤਾਦ ਜਿਹੜੇ ਅਖਤਰ ਹਮੀਦ ਖਾਨ ਉਹ ਆਦੇ ਹਨ ਬੜੀ ਸੋਹਣੀ ਗੱਲ ਕਰਨਗੇ ਇਹ ਬੜੀ ਅਹਿਮ ਹੈ ਮੇਰੇ ਸਭ ਸੁਣਨ ਵਾਲਿਆਂ ਵਾਸਤੇ ਉਹ ਆਖਦੇ ਹਨ ਕਿ ਜਿਹੜਾ ਨਿੱਕਾ ਬਾਲ ਹੈ ਨਾ ਜਿਸ ਵੇਲੇ ਉਹਦਾ ਪੁਰਾਣਾ ਦੰਦ ਢਾਂਦਾ ਪਿਆ ਹੁੰਦਾ
ਤੇ ਤੈਨੂੰ ਨਵਾਂ ਦੰਦ ਉਗਦਾ ਪਿਆ ਹੁੰਦਾ। ਤੇ ਅਸਲ ਗੱਲ ਇਹ ਸੋ ਢਾਂਦੇ ਹੋਏ ਦੰਦ ਨੂੰ ਵੇਖਣਾ ਜਾਂ ਉਗਦੇ ਹੋਏ ਦੰਦ ਨੂੰ ਵੇਖਣਾ। ਸਾਡੇ ਮੁਲਕ 'ਚ ਉਹ ਹੁੰਦਾ ਪਿਆ, ਪੁਰਾਣਾ ਦੰਦ ਢਾਂਦਾ ਪਿਆ, ਗਲੇ ਸੜੇ ਸਾਰਾ ਉਤਨਾ ਵੇਖਦਾ ਪਿਆ ਹੋ ਨਾ ਕਿ ਉਹ ਕਰਜ਼ਾ ਲੈਣ ਵਾਲੇ ਸਿਰ ਤੇ ਆ ਗਏ ਵੰਜਾਰੇ, ਆਦੇ ਕੱਢੋ ਪੈਸੇ। ਕਿਉਂਕਿ ਜਿਹੜਾ ਮੁਫਤ ਖੋਰੀ ਦਾ ਹੈ, ਜਿਹੜੇ ਚੂਰੀ ਖਾਣ ਵਾਲੇ ਮਜਨੂ ਹਨ, सब लोगों ने आख्या भी कड्डो हूँ। अख्तर हमीद खान आते होंगे साढ़े हमारे मुल्क का मसला इक्तिसादी नहीं है, अखलाकी है। नवा दंद उगता पे है अज के जमाने च हुण जिवें डॉक्टर अमजद साकिब जिन्हें टॉप किया सिविल सर्विस दे विच, डॉक्टर अमजद साकिब जी और नौकरी छोड़ दी जी है, वो अपने उस्ताद अख्तर हमीद खान तो शुएब सुल्तान खान तो एक कदम अगों चले गए। हाँ माशाअल्लाह, ठीक है, उन्होंने आख्या जी बिला सूद होसी, गरीब तो एक पैसा नहीं लवना। ठीक है, होंदा ये मैं जरा वजाहत कर देवां कि गरीब बंदा बीमार पौंदा है या विआह होया बच्ची दा या कोई होर खुशी गमी दा वेला कर्जे दी लोड़ पई, अगर अपनी बिरादरी तू आले दुआले तू यारां बेलियां तो ना मिलिया वध तो मिलन सूदखोर को, वो लैंदे 200% सूद लैंदे, ਉਹਦੀ ਨਸਲਾਂ ਉਹ ਅਦਾ ਨਹੀਂ ਕਰ ਸਕਦੀ। ਸਰਕਾਰ ਤੋਂ ਮਿਲ ਹੀ ਨਹੀਂ ਸਕਦਾ, ਉਹਨਾਂ ਦੇ ਪੇਚੀਦਾ ਜ਼ਾਬਤੇ ਇਤਨੇ ਹਨ, ਉਹਦਾ ਮਤਲਬ ਹੈ ਕਿ ਉਹ ਹੋ ਹੀ ਨਹੀਂ ਸਕਦਾ। ਉਹ ਸਰਕਾਰ ਦਾ ਤਰੀਕਾ ਇਹ ਹੈ ਨਾ ਜੀ, ਮਿਰਾਸੀ ਚਲਾ ਗਿਆ ਜੁਮਾ ਨਮਾਜ਼ ਪੜ੍ਹਨ, ਉਹ ਮੌਲਵੀ ਸਾਹਿਬ ਨੇ ਤਕਰੀਰ ਕੀਤੀ ਸੀ ਜੀ, ਕਿਆਮਤ ਦੇ ਦਿਨ ਹੋਸੀ ਪੁਲ ਸਰਾਤ ਹੋਸੀ, ਵਾਲ ਤੋਂ ਬਰੀਕ ਹੋਸੀ, ਤਲਵਾਰ ਤੋਂ ਤੇਜ਼ ਹੋਸੀ, ਜਿਹੜਾ ਟੱਪ ਗਿਆ ਉਹ ਜੰਨਤ ਵਿੱਚ, ਜਿਹੜਾ ਢਹਿ ਗਿਆ ਉਹ ਦੋਜ਼ਖ ਵਿੱਚ। ਉਹ बेचारा घबरा गया, हो सके यार ये तो बड़ा हो सके मौलवी साहब गल सीधी करो, जन्नत तो राह कोई नहीं जानता। साडी सरकार ने ऐसे तरीके बनाए हुए हैं कि वो राह बड़े हुए हैं, बन नहीं सकते ਉਹਦੇ ਉੱਤੇ। अच्छा जी, ਜਿਹੜੇ ਪ੍ਰਾਈਵੇਟ ਹਨ ਉਹਨਾਂ ਨੇ ਕੋਲੈਟਰਲ ਦੀ ਸ਼ਰਤ ਰੱਖੀ ਹੋਈ, ਵੀ ਜਿਹੜਾ ਗਰੀਬ ਆਦਮੀ ਕੋਲ ਕੋਲੈਟਰਲ ਕਿੱਥੋਂ ਆਉ, ਉਹ ਕਿਹੜੀ ਸ਼ਾਇਦ ਰਹਿਣ ਰੱਖੇ ਸੀ, ਉਹਦੇ ਤਾਂ ਆਪਣੇ ਸਾਹ ਹੀ ਹਨ ਜਿਹੜੇ ਰਹਿਣ ਰੱਖ ਸਕਦੇ, ਉਹਦੇ ਇਲਾਵਾ ਤਾਂ ਹੋਰ ਕੋਲ ਕੁਝ ਨਹੀਂ। ਸਾਰਾ ਕੇ ਮਰ ਜਾਵੇ ਗਰੀਬ ਬੰਦਾ ਕੀ ਕਰੇ। ਹਾਂ ਠੀਕ ਹੈ, ਅਖਤਰ ਹਮੀਦ ਖਾਨ ਨੇ ਆਖਿਆ ਕਿ ਅਸਲ ਵਿੱਚ ਅਸਾਂ ਇਹਨਾਂ ਕੋਲ ਜਿਹੜਾ 18% ਲੈਣੇ ਆ, ਇਸ ਵਾਸਤੇ ਲੈਣੇ ਆ ਕਿ ਕਈ ਜਗ੍ਹਾ ਤੇ ਹੋਇਆ ਕਿ ਤੁਸੀਂ 18% ਤੱਕ ਉਹ ਅਗਰ ਨਹੀਂ ਲੈਂਦੇ ਪੈਸਾ, ਲੋਕ ਉਹ ਬੈਂਕ ਜਮ੍ਹਾਂ ਕਰਾ ਕੇ ਉਹਨਾਂ ਤੋਂ 18% ਲੈਂਦੇ ਰਹੇ ਸਨ, ਉਹ ਕੰਮ ਕਰਨ ਦੀ ਬਜਾਏ ਕੰਮ ਚੋਰੀ ਤੇ ਆਵੇ ਸੀ। लेकिन अमजद साकिब ने आख्या नहीं उस्ताद जी, एक गल नहीं, गरीब बंदे ते इतमाद करो, असल गल बहुत वधिया काम कर रहे हैं अमजद साकिब साहब। ਇਹ ਬੁਨਿਆਦੀ ਜਿਹੜਾ ਵਿਗਾੜ ਹੈ ਸਾਡੀ ਰਾਜਨੀਤੀ ਦੇ ਵਿੱਚ, ਬੁਨਿਆਦੀ ਵਿਗਾੜ ਹੈ ਕਿ ਸਾਡੇ ਰਾਜ ਕਰਨ ਵਾਲੇ ਲੋਕਾਂ ਤੇ ਇਤਮਾਦ ਨਹੀਂ ਕਰਦੇ। ਠੀਕ ਹੈ ਨਾ, ਤੇ ਇਸ ਵਾਸਤੇ ਆਮ ਲੋਕ ਉਹਨਾਂ ਤੇ ਨਹੀਂ ਕਰਦੇ। ਇਸ ਦੇ ਵਿੱਚ ਬੁਨਿਆਦੀ ਜਿਹੜਾ ਪਾੜ ਇਸ ਨਿਜ਼ਾਮ ਵਿੱਚ ਬਣਿਆ ਹੋਇਆ ਹੈ ਉਹ ਇਹ ਕਿ ਰਾਜ ਕਰਨ ਵਾਲੇ ਤੇ ਰਾਜ ਹੇਠਾਂ ਵਸਣ ਵਾਲੇ ਉਹਨਾਂ ਦਾ ਇਤਮਾਦ ਖਤਮ ਹੋ ਗਿਆ। ਉਹ ਮੁਕਾਉਣ ਦਾ ਤਰੀਕਾ ਨਿਮਣਾ ਜਿਹੜਾ ਅਖਤਰ ਹਮੀਦ ਖਾਨ ਨੇ ਕੀਤਾ, ਜਿਹੜਾ ਸ਼ੁਐਬ ਸੁਲਤਾਨ ਖਾਨ ਨੇ ਕੀਤਾ, ਜਿਹੜਾ ਅਮਜਦ ਸਾਕਿਬ ਨੇ ਕੀਤਾ, ਦੂਏ ਲੋਕ ਵੀ ਕਰਦੇ ਪਏ, ਜਿਵੇਂ ਹੁਣ ਸੀਮਾ ਅਜ਼ੀਜ਼ ਸਾਹਿਬਾਂ ਨੇ ਸਕੂਲਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਬਾਲਾਂ ਨੂੰ ਪੜ੍ਹਾਉਣ ਦਾ। ਹੋਰ ਇਹੋ ਜਿਹੇ ਬੇਸ਼ੁਮਾਰ ਲੋਕ ਹਨ ਸਾਡੇ, ਜਿਨ੍ਹਾਂ ਨੂੰ ਤੁਸੀਂ ਆਖਦੇ ਹੋ ਅਨਸੰਗ ਹੀਰੋ, ਅਣਜਾਣੇ। ਇਹ ਜਾਣੇ ਪਛਾਣੇ ਇਸ ਵਾਸਤੇ ਕੋਈ ਨਹੀਂ ਕਿਉਂਕਿ ਇਹ ਕੰਮ ਬੜਾ ਇਨਕਸਾਰੀ, ਆਜੀ ਤੇ ਗੁਮਨਾਮੀ ਨਾਲ ਕਰਨ ਵਾਲਾ। ਫਿਆਜ਼ ਸਾਹਿਬ, ਲੇਕਿਨ ਇਹਨਾਂ ਲੋਕਾਂ ਨੂੰ ਵੀ ਤੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਇਸ ਵੇਲੇ ਸਵੇਰੇ 10 ਵਜੇ ਲਬਾ ਕੇ ਤੁਹਾਨੂੰ ਅਸੀਂ ਜਗਾ ਕੇ ਗਿੰਮੀ ਟੀਵੀ ਤੇ ਅਸੀਂ ਲੈ ਆਏ ਹਾਂ, ਤੁਹਾਡੇ ਵਰਗੇ ਲੋਕ, ਇਹ ਜਿਹੜੇ ਲੋਕ ਕੰਮ ਕਰ ਰਹੇ ਨੇ ਇਨਕਸਾਰੀ ਨਾਲ, ਇਹਨਾਂ ਦਾ ਵੀ ਸਾਹਮਣੇ ਆ ਕੇ ਇੱਕ ਰੋਲ ਮਾਡਲ ਦੇ ਤੌਰ ਤੇ ਦੂਜਿਆਂ ਨੂੰ ਮੋਟੀਵੇਸ਼ਨ ਦੇਣ ਦੀ ਜ਼ਰੂਰਤ ਹੈਗੀ ਹੈ ਨਾ ਆਪਣੇ ਮੁਲਕ। ਨਹੀਂ, ਇਹਦਾ ਮੈਂ ਤੁਹਾਨੂੰ ਦਿਲਚਸਪ ਗੱਲ ਦੱਸਾਂ, ਮੈਂ ਪਿਛਲੇ ਸਮੈਸਟਰ ਦੇ ਵਿੱਚ ਮੈਂ ਯੂਨੀਵਰਸਿਟੀ ਆਫ ਆਟਾਵਾ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਹਾਂ ਜੀ, ਤੇ ਮੈਂ ਸਤੰਬਰ ਤੋਂ ਦਸੰਬਰ 2020 ਚ ਕੋਰਸ ਪੜਾਇਆ ਜੀ, ਤੇ ਕਿਉਂਕਿ ਆਨਲਾਈਨ ਹੋ ਗਿਆ ਇਹ ਸਿਲਸਿਲਾ ਤੇ ਮੇਰੇ ਵਾਸਤੇ ਆਸਾਨੀ ਪੈਦਾ ਹੋ ਗਈ ਜੀ। ਮੈਂ
अपनी यूनिवर्सिटी में आखे जी मैं गेस्ट स्पीकर सदने अपने मेरा है स्कूल ऑफ इंटरनेशनल डेवलपमेंट एंड ग्लोबल स्टडीज ठीक मैं आखे जी प्रोफैसर के मजमून है ना इस तो पता नहीं चलना उन्होंने गरीबी किवें खत्म होनी जिन्होंने की है ना उन्होंने मैं सदना कि तुम दसो वाह तुहानू खुशी हो सी सुन के शोएब साहब ने बड़ी मेहरबानी नाल 50 मिनट की वीडियो रिकॉर्ड की मैं अपनी क्लास में दिखाई वाह कनाडा दे विच अमजद साकिब ने मेहरबानी की उन्हें आखिया जी मैं खुद लाइव गल करे सा मैं सवेरे उठ के बैठा उस उन्हें रिकॉर्ड की और मैं सुनवाई वक्त उन्होंने सवाल जवाब किए अमजद साकिब साहब का जो काम है हार्वर्ड बिजनेस स्कूल ने उसकी केस स्टडी की है वो मैं इम्तिहान जीती अपने तालब इलमां उस केस स्टडी का तजिया मिड टर्म दे विच कि गरीबी है कि मैं ते गरीबी मुकामण दे विच अमजद साकिब दे दो एक तो खास गल है कि सूद नहीं कर्जे दे दूई खास गल है और कर्जा लवन वाले देवन वाले तब्दील करें कि मियाँ तू लिया है हुण कुछ तू दे भी सही अपने दूए बंदे नूं ओहदे अपने बारे जिहड़ी एक इज्जत नफ्स है ਉਹਨੂੰ ਵਧਾਉਣਾ ਉਹਨੂੰ ਜਿਹੜਾ ਹੈ ਉਹ ਮਾਣਨ ਦੇ ਵਿੱਚ ਉਹਨੂੰ ਸ਼ਾਮਿਲ ਕਰਨਾ ਉਹਨਾਂ ਨੇ ਕੀਤਾ ਇਹ ਮੈਂ ਆਪਣੀ ਕਲਾਸ ਨੂੰ ਸੁਣਾਈ ਤੇ ਹੁਣ ਮੈਂ ਦੱਸਣਾ ਚਾਹੁੰਦਾ ਆਪਣੇ ਸਭ ਸੰਗੀਆਂ ਨੂੰ ਕਿ ਮੈਂ ਤੇ ਡਾਕਟਰ ਅਮਜਦ ਸਾਕਿਬ ਸਾਹਿਬ ਇਹ ਮਿਲ ਕੇ ਕੋਸ਼ਿਸ਼ ਕਰਦੇ ਪਏ ਹਾਂ ਕਿ ਇੱਕ ਸਮੈਸਟਰ ਦਾ ਇੱਕ ਕੋਰਸ ਬਣਾ ਕੇ ਅਸੀਂ ਦੋਵੇਂ ਰਲ ਕੇ ਆਪਣੇ ਨੌਜਵਾਨਾਂ ਨੂੰ ਯੂਨੀਵਰਸਿਟੀਆਂ 'ਚ ਪੜ੍ਹਾਈਏ ਬਹੁਤ ਅੱਛੇ हाँ बहुत ये जड़ा है हाँ कि तेसी कांडी लैके किवें बनावनी है कंध उन्होंने सारे टूल जेड़े हैं वो असां सिखावने हैं ये असां एक कोर्स डिजाइन कर लिया है मैं उन्होंने दे दिता है ते तुहाडे चैनल से भी गल करे सां क्योंकि सिर्फ क्लासरूम काफ़ी नहीं ये बाहर भी काफ़ी जरूरी गल कर मैं ते जी बहुत शुक्रगुजार हां ਜਿਹੜੀ ਤੁਸੀਂ ਆਫਰ ਮੈਨੂੰ ਦਿੱਤੀ ਹੈ ਗਿਮੀ ਟੀਵੀ ਵਾਸਤੇ ਤੇ ਮੈਂ ਨਾਜ਼ਰੀਨ ਨੂੰ ਬਲਕਿ ਹੁਣ ਦੱਸਦੀ ਵੀ ਜਾਵਾਂ ਕਿ ਨਾਜ਼ਰੀਨ ਫਿਆਜ਼ ਬਾਕਰ ਸਾਹਿਬ ਇਜ਼ ਸੋ ਜੈਨਰਸ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਚੈਨਲ ਤੇ ਕੰਮ ਕਰ ਰਹੇ ਹੋ ਗਿਮੀ ਟੀਵੀ ਦਾ ਜਿਹੜਾ ਕੰਮ ਹੈ ਮੈਂ ਉਹਦੇ ਚ ਕੰਟਰੀਬਿਊਟ ਕਰਨਾ ਚਾਹ ਰਿਹਾ ਤੇ ਇਹਨਾਂ ਨੇ ਸਾਡੇ ਨਾਲ ਸਰ ਜੀ ਤੁਸੀਂ ਆਪ ਦੱਸੋ ਮੈਂ ਤੁਹਾਡੇ ਮੂੰਹ ਸੁਣਨਾ मैं यही आख्या कि ये कहानियां मैं तो सिर्फ किस्सा गो हाँ हाँ जी मेरे वास्ते जरूरी काम है कि मैं कहानियां सुनावा जिस जमाने असां धुआंधार सियासत की आई ना 1969-70 के जमाने जो पूरी दुनिया स्टूडेंट मूवमेंट का जमाना है जी जी कहते सब ने लाल फरेरे चाहे हुए हैं अमरीकी एशिया से निकल जाओ एशिया सुर्ख है असां सारे नारे वगैरह लेंदे आसे उस जमाने एक जो स्टूडेंट मूवमेंट आई ਉਹਦੇ ਚ दो बड़ी दिलचस्प गल्लां एक ये आई कि वो जो स्टूडेंट मूवमेंट के खास तौर पर बर्कले दे ते अमरीकी जोड़े बड़े पुरजोश नौजवान वो आते हैं नेवर ट्रस्ट एनीवन अबव 30 अच्छा मैं इस वास्ते सब अंडर 30 में पैगाम पहुंचा बिल्कुल सही क्योंकि देखो आगे फ्यूचर तो वही है ना अंडर 30 है ना बिल्कुल सही हाँ जी वो मेरी गल हज तक है मेरे ज़हन बैठे उन्हें तक पूछ अगर वो नहीं पहुंची तो गल पूरी नहीं हुई ठीक पहली गल है सही दूई गल है तारिक अली खान ने एक मजमून लिखा है बड़ा सोहना ਉਹਦੇ ਚ ਉਹਨੇ ਜ਼ਿਕਰ ਕੀਤਾ ਕਿ ਉਸ ਮਾਨੇ ਪੈਰਿਸ ਦੀ ਕੰਧਾਂ ਤੇ ਲਿਖਿਆ ਹੋਇਆ ਹੈ ਜਿਹੜਾ ਪੈਗਾਮ ਹੈ ਬਹੁਤ ਸਾਰੇ ਲੋਕਾਂ ਵਿੱਚ ਇਹ ਬੜਾ ਧਰੋ ਹੈ ਉਹਨੇ ਕਿ ਕੰਧਾਂ ਤੇ ਲਿਖਿਆ ਹੁੰਦਾ ਹੈ ਕਮੋਡਿਟੀ ਇਜ਼ ਓਪੀਅਮ ਆਫ ਦ ਪੀਪਲ कि जो मल मारना है वो सब तो वड्डी अफीम है लोगों वास्ते अफीम है हुण उन्होंने दिलचस्प गल है इस निज़ाम का जोर ज़रवाली का सरमाएदारी का है कि उन्होंने बगावत को भी एक कमोडिटी बना दी कि गवेरा भी टी शर्ट से ठप्पे ला के बेचना शुरू कर दिते कि नाउ यू कंज्यूम रेवोल्यूशन यू कंज्यूम रेडिकलिज्म चे गवेरा तो पता ना चे गवेरा कौन आई प्यो कौन आई माँ कौन आई कितों का आई कि करेंदा आई कितने बधिया पलिया के किया इन्ने बेशुमार होर लोग हैं उन्हें टी शर्टा बना लो या तुस आखो जी मैं फलानी चीज़ खरीदनी है ये वैल्यू चेन तो है जी इतने सब कुछ ठीक है ये गल इन्हां बंदिशां तो निकलना इस शिकंजे तो निकलना नौजवानों लोगों को दसना
ਕਿ ਆਪਣੇ ਜਿਹੜਾ ਹੈ ਨਾ ਅਵਲ ਆਖਿਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣ, ਤੇ ਆਪਣੇ ਆਪ ਪਛਾਣ ਕਰੋ, ਆਪਣੇ ਆਪ ਨੂੰ ਆਜ਼ਾਦ ਕਰੋ। ਤੇ ਤੁਹਾਡੇ ਕਿੱਥੇ ਨੁੱਕਰ ਦੇ ਵਿੱਚ ਕੋਈ ਸ਼ੈਤਾਨ ਜਿਹੜਾ ਲੁੱਕ ਕੇ ਬੈਠਾ ਹੈ ਨਾ, ਉਹਦੇ ਨਾਲ ਲੜੋ। ਵਾਹ ਵਾਹ ਹਾਂ ਵਾਹ ਵਾਹ, ਤੁਸੀਂ ਇੰਨੀ ਇਹ ਜ਼ਬਰਦਸਤ ਗੱਲ ਕੀਤੀ ਹੈ। ਤੇ ਉਹਦੇ ਨਾਲ ਹੀ, ਕਿਉਂਕਿ ਤੁਹਾਡੇ ਨਾਲ ਹਾਂ ਗੱਲਬਾਤ ਤਾਂ ਬਿਲਕੁਲ ਨਹੀਂ, ਐਕਸਟਰਾ ਟਾਈਮ ਮੈਂ ਲਾਂਗੀ ਜਦੋਂ ਤੱਕ ਮੇਰੇ ਕੋਲ ਟਾਈਮ ਹੈਗਾ ਜ਼ੂਮ ਦੀ ਮੀਟਿੰਗ ਦਾ, ਆਖਰੀ ਮਿੰਟ ਤੱਕ ਗੱਲ ਆਪਾਂ ਕਰਨੀ ਹੈ। ਮੈਨੂੰ ਇੱਕ ਚੀਜ਼ ਜਿਹੜੀ ਹੈ ਕਿ ਹਾਂ ਪੂਰੀ ਦੁਨੀਆ 'ਚ ਦੋ ਤਾਰੇ ਚੱਲਦੇ ਪਏ ਨੇ, ਤੇ ਇਹ ਹਾਂ ਹੈਗਾ, ਹਾਂ, ਮੈਂ ਪੰਜਾਬ ਵੱਲ ਆ ਰਹੀ ਹਾਂ ਕਿ ਜੀ ਜੀ ਪੰਜਾਬ ਦਾ ਤੁਸੀਂ ਦੇਖੋ ਕਿ ਰਾਂਝੇ ਦੀ ਮੁਰਲੀ ਵੀ ਨਹੀਂ ਤੇ ਮਿਰਜ਼ੇ ਦੇ ਹਾਂ ਤੀਰ ਦੀ ਵੀ ਲੋੜ ਨਹੀਂ। ਹਾਂ। ਇਹ ਜਿਹੜਾ ਚੱਕਰ ਹੈ, ਉਹਦੇ 'ਚ ਤੁਹਾਡੀ ਰਾਏ ਕੀ ਹੈ? ਆਪਾਂ ਮੁਰਲੀ ਕਿੱਥੇ ਗਵਾਚ ਗਈ? ਹਾਂ ਇਹ ਇਹ ਅਸਲ ਗੱਲ ਇਹ ਹੈ, ਇਹ 1970 ਵਿੱਚ ਅਕਤੂਬਰ ਟੇਕ ਸਿੰਘ ਚ ਹੋਈ ਕਿਸਾਨ ਕਾਨਫਰੰਸ। मौलाना बाशानी आए तो तारिक अजीज साहब ने तकरीर बाकायदा आखिया कि पंजाब को रांझे की मुरली की नहीं, मिर्जे के तीर की जरूरत है। वो मुरली नूं समझे नहीं। मुरली जो काम करेंदी है ना, वो तीर कर ही नहीं सकता। तीर जिस्म दे उत्ते जोर अपना आजमांदा है ते ढा देंदा है। मुरली अंदरों ढा देंदी है, मोह लैंदी है दिल नूं। ਇਹ ਵੱਡੇ ਤੋਂ ਵੱਡੇ ਜਿਹੜੇ ਸਿਪਾਹ ਸਲਾਰ ਵੀ ਆਉਂਦੇ ਨਾ, ਉਹਨੇ ਕਿਸੇ ਕਿਲੇ ਨੂੰ ਫਤਹ ਕਰਨ ਦਾ ਇਹ ਤਰੀਕਾ ਸਭ ਤੋਂ ਜ਼ਿਆਦਾ ਉਹਨੂੰ ਅੰਦਰੋਂ ਫਤਹ ਕਰ। ਤੇ ਮੁਰਲੀ ਹੈ ਮਨ ਮੋਹਣਾ। ਉਹ ਜਿਹੜਾ ਹੈ ਮੋਹਣਾ ਹੈ, ਮਨ ਮੋਹਣਾ ਹੀ ਰਾਂਝਾ ਜਿਹੜਾ ਹੈ, ਉਹਨੇ ਜਿਹੜੇ ਤਖਤ ਹਜ਼ਾਰਾ ਛੱਡਿਆ ਤੇ ਵੰਜਣ ਲੱਗਾ ਦਰਿਆ ਪਾਰ ਕਰਕੇ, ਤੇ ਮਲ੍ਹਾ ਨੇ ਆਖਿਆ ਵੀ ਪੈਸੇ ਕੱਢ। ਉਹ ਕਮੋਡਿਟੀ ਇਜ਼ ਓਪੀਅਮ ਆਫ ਦਾ ਪੀਪਲ ਉਸ ਵੇਲੇ ਵੀ ਤੇ ਆਈ। ਉਹਨੇ ਆਖਿਆ ਭਾੜਾ ਕੱਢ ਕਿੱਥੇ? ਉਸ ਆਖਿਆ ਮੇਰੇ ਕੋਲ ਤਾਂ ਕੁਝ ਨਹੀਂ। ਉਸ ਆਖਿਆ ਇੱਥੇ ਬੈਠਾ ਰਹੋ। ਉਹਨੇ ਮੁਰਲੀ ਕੱਢੀ, ਮੱਲਾ ਦੀ ਦੋ ਸਵਾਣੀਆਂ ਉਹ ਫਰਿਸ਼ਤ ਹੋ ਗਈਆਂ। ਉਹਨੇ ਆਖਿਆ ਕਿਤੇ ਮਨ ਮੋਹਣੇ ਨੇ ਸੁਰਾਂ ਕੱਢੀਆਂ, ਕਿਹੜਾ ਸੋਹਣਾ ਬੰਦਾ ਹੈ। ਉਹਨੇ ਮੱਲਾ ਨੂੰ ਆਖਿਆ ਅਸਾਂ ਨਹੀਂ ਵੈਂਦੀਆਂ ਜੇ ਇਹਨਾਂ ਵੈਸੇ। ਉਹਨੇ ਆਖਿਆ ਅੱਛਾ ਤੂੰ ਆਵਣ, ਮੇਰੇ ਤੇ ਬੇੜਾ ਬੁੱਢਦਾ ਜੇ ਤੂੰ ਨਹੀਂ ਟੁਰਦਾ। ਠੀਕ ਹੈ। ਜਦ ਉੱਥੇ ਗਿਆ ਪਾਰ ਤੇ ਕੈਦੋਂ ਨੇ ਨਜ਼ਰ ਪਾਉਣੀ ਸ਼ੁਰੂ ਕਰਤੀ। ਉਸ ਜ਼ਮਾਨੇ 'ਚ ਬੇਗੈਰਤੀ ਤਗੈਰਤ ਦਾ ਮਸਲਾ ਆਈ ਹੈ। ਮੇਰਾ हाँ मेरा जिस मेरी मर्जी है। उन्हें आखे नहीं हो सकता कैदों ने। उस आखे क्यों बंद है जी? जमान है साड़ी ते गैरत दा मसला है। उन्हें मर्जन ही मुरली दे जरिए राजे ने मोह लिया। मन च मोह दिता ना। क्या जब उन्हें मुरली बजावनी बंद की थी, मर्जा ने खाना पीना छोड़ दिता। ये जड़ी मुरली है, ये जड़ा मोहन है, ये अंदर दा प्यार है। ये है आज साडे बड़ा सोहना सज्जन मुश्ताक सूफी जड़ी लाइन है, उन्हें के अपनी जात सिफातों बाहर अपना आप विखीवे, शाला दिल आशिक ना थीवे। ये वो है मुरली रांझे दी। जैसे तुसां दूए दे विच अपने आप नूं वेखदे हो, दूए नाल उंजे वरतदे हो जिवें आप चाहते हो, दूए नूं अपने आप दी तसलसल समझांदे हो अपना। तुसां ये दो वखरी तां ही ख्वाजा फरीद साईं ने आख्या कि हिक है जेड़ा हिक कूडू कर जाने वो काफिर मुशरिक है। उस एकता नूं, उस हिक नूं सुञाणना, ये असल रांझे दी मुरली दी गल। बिल्कुल सही। मैं तदे वास्ते तुहाडे कोलों खास तौर ते है मुरली दा बहुत प्यारी तुसी गल दसी। मैं आवांगी दूसरे पासे। एक होर बड़ा इंपॉर्टेंट क्वेश्चन ज़हन च हैगा, बहुत सारे लोग भी पूछ रहे हैं कि पंजाब दी जदों गल करिए ते अपने नॉर्थ अमेरिका विच तुसी ते क्योंकि बैठे ते हो कैनेडा च, बहुत सारियां जड़ियां मैं स्टडी दियां चेयर्स होईयां ने, जिस कि टोरंटो यूनिवर्सिटी च भी
ਬਹੁਤ ਸਾਰੇ ਸਿੱਖਾਂ ਨੇ ਉਹ ਕੀਤਾ ਹੈਗਾ, ਪੰਜਾਬੀ ਸਟੱਡੀ ਦੀਆਂ ਚੇਅਰਸ ਕੀਤੀਆਂ ਨੇ, ਬ੍ਰਿਟਿਸ਼ ਕੋਲੰਬੀਆ 'ਚ ਵੀ ਕੀਤੀਆਂ, ਤੇ ਆਪਣੇ ਜਿਹੜੇ ਆਪਣੇ ਪਾਕਿਸਤਾਨੀ ਮੁਸਲਮਾਨ ਪੰਜਾਬੀ ਨੇ ਉਹਨਾਂ ਨੇ ਵੀ ਕੋਈ ਕੰਮ ਸ਼ਮ ਕੀਤਾ ਹੈਗਾ, ਜਾਂ ਕੋਈ ਐਸਾ ਸਿਲਸਿਲਾ ਜਿਹੜਾ ਕਿ ਅੱਗੇ ਉਹਦਾ ਵੱਧ ਕੰਮ ਸਕੇ? ਬੜਾ ਥੋੜਾ ਹੈ। ਮੈਂ ਤੁਹਾਨੂੰ ਅਫਸੋਸ ਨਾਲ ਦੱਸਣਾ, ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਲਤੀਫਾ ਸੁਣਾ ਦਿਆਂ। ਲਤੀਫਾ ਮਤਲਬ ਅਸਲੀ ਚੀਜ਼ ਹੈ ਜਿਹੜੀ ਹੋਈ। ਜੀ। ਮੈਂ ਅਮਰੀਕਾ 'ਚ ਰਹਿੰਦਾ ਹਾਂ ਜੀ, ਇੱਕ ਸ਼ਹਿਰ ਵਿੱਚ, ਉਹਦਾ ਨਾਂ ਹੀ ਮਾਸਕੋ। ਤੇ ਉੱਥੇ ਮੇਰਾ ਇੱਕ ਬੇਲੀ ਆਈ, ਉਹਦਾ ਨਾਂ ਹੈ ਟੈਰੀ ਐਲਿਸ। ਅਮਰੀਕਾ 'ਚ ਇੱਕ ਫਿਰਕਾ ਹੈ ਜਿਹਨਾਂ ਨੂੰ ਕੁਏਕਰ ਆਖਦੇ ਨੇ। ਕੁਏਕਰ ਉਹ ਹਨ ਜਿਨ੍ਹਾਂ ਨੇ ਯੂਰਪ ਵਿੱਚ ਆਪਣੇ ਮੁਲਕਾਂ ਦੀ ਜੰਗਾਂ ਦੀ ਮੁਖਾਲਫਤ ਕੀਤੀ, ਦੂਏ ਮੁਲਕਾਂ ਦੇ ਖਿਲਾਫ, ਅਮਨ ਪਸੰਦ ਹਨ। ਇਸ ਵਾਸਤੇ ਉਹਨਾਂ ਨੂੰ ਹਿਊਮਨਿਸਟ ਹੋਏ, ਪੀਸ ਲਵਰ ਹੋਏ ਨਾ ਉਹ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਛੱਡਣਾ ਪਿਆ ਨਾ ਜੀ, ਮੁਲਕ ਜਲਾਵਤਨ ਹੋ ਗਏ। ਹਾਂ, ਤੇ ਫਿਰ ਕਿੱਥੇ ਅਮਰੀਕਾ ਵਿੱਚ। ਅੱਛਾ, ਉਹ ਮੇਰਾ ਯਾਰ ਆਈ, ਉਹਨੇ ਦਿਲਚਸਪ ਵਾਕਿਆ ਸੁਣਾਇਆ। ਉਸ ਜ਼ਮਾਨੇ ਯੂਗੋਸਲਾਵੀਆ ਆਈ, ਮਾਰਸ਼ਲ ਟੀਟੋ ਦਾ ਜ਼ਮਾਨਾ। ਅਤੇ ਜੀ ਮੈਂ ਯੂਗੋਸਲਾਵੀਆ ਸੈਰ ਕਰਨ ਗਿਆ ਤੇ ਮੈਂ ਦੋ ਬੰਦੇ ਮਿਲੇ, ਇੱਕ ਆਸਟਰੀਆ ਦੇ ਜਰਮਨ ਆਈ, ਇੱਕ ਜਰਮਨ ਆਈ। ਦੋਵੇਂ ਕਾਰੋਬਾਰੀ ਬੰਦੇ ਹਨ, ਕੋਈ ਸੌਦਾ ਕਰਨਾ ਚਾਹੁੰਦੇ ਹਨ। ਤੇ ਮੈਨੂੰ ਜਰਮਨ ਕੋਈ ਬੋਲਣੀ ਆਉਂਦੀ ਹੈ। ਉਸ ਆਖਿਓ ਇੱਕ ਦੂਏ ਦੇ ਜਰਮਨ ਸਮਝ ਨਾ ਸਕਦੇ। ਉਹਦੇ ਕੋਲ ਆਸਟਰੀਅਨ ਜਰਮਨ ਆਈ, ਉਹਦੇ ਕੋਲ ਜਰਮਨ ਆਈ। ਪਤਾ ਲੇਕਿਨ ਮੇਰੀ ਜਰਮਨ ਦੋਵੇਂ ਸਮਝ ਸਕਦੇ ਆ। ਠੀਕ ਹੈ। ਮੈਂ ਉਹਨਾਂ ਦੇ ਮੈਂ ਟ੍ਰਾਂਸਲੇਸ਼ਨ ਕੀਤੀ। ਓਕੇ। ਉਹਦੇ ਕੋਲ ਸੋਚ ਮੈਂ ਉਹਨੂੰ ਦੱਸਿਆ ਨਾ, ਸਾਡੇ ਟ੍ਰਾਂਸਲੇਸ਼ਨ ਦਾ ਕੰਮ ਤੇ ਅਟਕਿਆ ਹੋਇਆ। ਠੀਕ ਹੈ। ਬਸ਼ਰਕੀ ਤੇ ਮਗਰਬੀ ਜਿਹੜੇ ਪੰਜਾਬ ਦੇ ਲੋਕਾਂ ਦੇ। ਹਾਂਜੀ, ਜਿਸ ਆਪਣਾ ਲਹਿੰਦਾ ਗੱਲ ਦੱਸਾਂ ਜੀ। ਪਿਛਲੇ ਦੀਆਂ ਸਾਡੇ ਇੱਥੋਂ ਸਫਾਰਤਕਾਰਾਂ ਨੇ ਪਾਕਿਸਤਾਨੀਆਂ ਨੂੰ ਆਖਣਾ ਸ਼ੁਰੂ ਕੀਤਾ ਜੀ ਹੁਣ ਇੱਥੇ ਮਰਦਮਸ਼ੁਮਾਰੀ ਹੋ ਸੀ, ਉਹਦੇ ਜਿਹੜਾ ਖਾਨਾ ਹੈ ਪੰਜਾਬੀ ਦਾ, ਉਹਦੇ ਪੰਜਾਬੀ ਨਹੀਂ ਲਿਖਣੀ, ਉਹਦੇ ਤੁਸੀਂ ਲਿਖਣਾ ਉਰਦੂ ਹੈ ਮੇਰੀ ਜ਼ਬਾਨ। ਬਈ ਉਰਦੂ ਤਾਂ ਵੈਸੇ ਹੀ ਇਸ ਤਰ੍ਹਾਂ ਘੱਟ ਹੋ ਸੀ, ਉਹਦੇ ਤੁਸੀਂ ਆਪਣਾ ਵਜ਼ਨ ਪਾਏ ਦਿਓ, ਉਹਨਾਂ ਨੂੰ ਕੋਈ ਫਰਕ ਨਹੀਂ ਪਾਉਣਾ। ਤੇ ਸਾਡਾ ਪੰਜਾਬੀ ਲਿਖਣ ਨਾਲ ਸਾਨੂੰ ਕੀ ਫਾਇਦਾ ਪਹੁੰਚਣਾ ਹੈ? ਬਈ ਅਸੀਂ ਪੰਜਾਬੀ ਲਿਖੀਏ ਤੇ ਕਿਹੜੀ ਚੀਜ਼ ਹੈ ਜਿਹੜਾ ਸਾਨੂੰ ਨੁਕਸਾਨ ਹੋਣਾ ਲਿਖਣ ਦੇ ਨਾਲ? ਅਸਾਂ ਵੀ ਪੰਜਾਬੀ ਨੂੰ ਮੰਨਸਾਂ, ਆਪਣੀ ਜ਼ਬਾਨ ਉਹ ਵੀ ਮੰਨਸਨ, ਤੇ ਪੰਜਾਬੀ ਸਾਡਾ ਤੇ ਉਹਨਾਂ ਦਾ ਸਾਂਝਾ ਵਿਰਸਾ ਹੈ। ਬਾਬਾ ਫਰੀਦ ਸ਼ਕਰਗੰਜ ਤੋਂ ਲੈ ਕੇ ਸਾਡੀ ਤਾਂ ਸਾਰੀ ਜਿਹੜੀ ਮਤਲਬ ਹਾਰਵਰਡ ਯੂਨੀਵਰਸਿਟੀ ਦਾ, ਤੁਹਾਨੂੰ ਇੱਕ ਦਿਲਚਸਪ ਗੱਲ ਦੱਸਾਂ, ਜਿਹੜੇ ਸਿੰਧੀ ਹਨ ਉਸ ਤੋਂ ਪਹਿਲੇ ਉਹ ਆਖਦੇ ਹਨ ਜੀ ਸ਼ਾਹ ਲਤੀਫ ਦਾ ਕਲਾਮ ਜਿਹੜਾ ਨਾ ਉਹ ਸਿੰਧੀ ਕੁਰਾਨ ਪਾਕ। ਜਿਹੜੇ ਸਾਡੇ ਸੂਫੀ ਹਨ, ਭਗਤ ਹਨ, ਉਹਨਾਂ ਨੇ ਜਿਹੜੀ ਤਾਲੀਮਾਤ ਹਨ ਨਾ, ਉਹਨਾਂ ਨੂੰ ਲੋਕਾਂ ਦੀ ਜ਼ਬਾਨ ਵਿੱਚ ਦੱਸਿਆ। ਇਹ ਅਲੀ ਇਸਾਨੀ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ, ਉਸ ਆਖਿਆ ਜਿਹੜੇ ਸੂਫੀਆਂ ਦੀ ਸਾਰੀ ਗੱਲਾਂ ਨੇ ਇਹ ਸਾਰੇ ਕੁਰਾਨ ਦੇ ਤਰਜਮੇ ਨੇ। ਤੇ ਆਮ ਬੰਦੇ ਨੂੰ ਜੇ ਤੁਸੀਂ ਗੱਲ ਉਹ ਤਾਲੀਮਾਤ ਦੇਣਾ ਚਾਹੁੰਦੇ ਹੋ, ਉਹ ਪਹੁੰਚਾਉਣਾ ਚਾਹੁੰਦੇ ਹੋ, ਸਾਂਝ ਦੀ, ਰਲ ਵਰਤਣ ਦੀ, ਦਰਦ ਦੀ। ਹਜ਼ਰਤ ਬਾਬਾ ਫਰੀਦਗੰਜ ਸ਼ਕਰ ਦੇ ਬਾਰੇ 'ਚ ਆਖਦੇ ਹਨ ਕਿ ਜਿਹੜੇ ਲੋਕ ਉਹਨਾਂ ਕੋਲ ਵਹਿੰਦੇ ਹਨ ਦੁਆ ਕਰਵਾਉਣ, ਤੋ ਇੱਕੋ ਦੁਆ ਕਰਵਾਉਂਦੇ ਹਨ, ਆਖਦੇ ਹਨ ਅੱਲਾਹ ਤੈਨੂੰ ਦਰਦ ਦੇਵੇ। ਹੈ ਉਹ ਤੁਹਾਨੂੰ ਪੰਜਾਬੀ ਅਗਰ ਪੜ੍ਹਸੀ ਤਾਂ ਇਹੋ ਹੀ ਤਾਲੀਮ ਮਿਲਸੀ ਨਾ। ਉਹਦੇ ਨਾਲ ਜੇ ਤੁਸੀਂ ਸਾਨੂੰ ਨਾ ਇਹ ਸਮਝਾਇਸੋ, ਆਮ ਬੰਦਾ ਨੇ ਮੰਨ ਕੇ ਕੋਈ ਹਾਰਵਰਡ ਯੂਨੀਵਰਸਿਟੀ ਤੋਂ ਪਤਾ ਨਹੀਂ ਕਰਨਾ ਕਿ ਮੇਰਾ ਮੇਲ ਮਿਲਾਪ ਰਹਿਣ ਬਹਿਣ ਕਿਉਂ ਹੋਣਾ ਚਾਹੀਦਾ। ਇਹਨਾਂ ਸੂਫੀਆਂ ਭਗਤਾਂ ਦੀ ਤਾਲੀਮ ਦੇ ਰਾਹੀਂ ਆਮ ਬੰਦਾ ਸਿੱਖਦਾ। ਰਾਂਝੇ ਦੀ ਮੁਰਲੀ ਦਾ ਜ਼ਿਕਰ, ਰਾਂਝੇ ਦੀ ਕਹਾਣੀ ਸੁਣ ਕੇ ਹੀ ਉਹਨੂੰ ਮੇਲ ਵਰਤਾਉਂਦੇ, ਲੋਕਾਂ ਨੂੰ ਦਿਲ ਨੂੰ ਬੰਨ੍ਹਦੇ ਤਾਂ ਹੈ। ਉਸ ਆਖਿਆ ਕਿ ਰਾਂਝਾ ਆਖ ਦਾ ਖਿਆਲ ਨਾ ਪਾਓ ਮੇਰੇ, ਸਭ ਸ਼ੀ ਫਕੀਰ ਦਾ ਦੇਸ਼ ਕਿਹਾ, ਦੁਨੀਆ ਨਾਲ ਅਸਾਂ ਪੈਬੰਦ ਕਿਹਾ, ਪੱਥਰ ਜੋੜਨਾ ਨਾਲ ਸੁਰੇਸ਼ ਕਿਹਾ। ਜੇ ਤੁਸੀਂ ਇਸ ਜ਼ਬਾਨ ਨੂੰ ਵਿਸਾਰ ਦੇਸੋ, ਇਸ ਤੋਂ ਇਨਕਾਰੀ ਹੋ ਵੈਸੋ, ਇਸ ਖਜ਼ਾਨੇ ਨੂੰ ਜਿਹੜਾ ਸਾਨੂੰ ਮਿਲਿਆ ਹੈ, ਤੇ ਤੁਸੀਂ ਕੀ ਦਿੰਦੇ ਪਿਓ ਲੋਕਾਂ ਨੂੰ? ਇਹਦੇ ਉੱਤੇ ਹੋਣਾ ਚਾਹੀਦਾ, ਉਹ ਵੀ ਕਰਨ ਦੇ ਪੈਣ, ਸਾਡੇ ਲੋਕਾਂ ਨੂੰ ਵੀ ਕਰਨਾ ਚਾਹੀਦਾ। ਸਹੀ ਬਿਲਕੁਲ। ਅੱਛਾ, ਮੈਂ ਕਿਉਂਕਿ ਉਹ ਸੱਚਲ ਸਰਮਸਤ ਆਖਿਆ ਕਿ ਇਸ਼ਕ ਦੇ ਬਾਜ ਬਿਆ ਸਭ ਕੂੜ ਤੇ ਮਨਜ਼ੂਰ, ਤੇ ਮੇਰਾ ਦਿਲ ਕਰਦਾ ਪਿਆ, ਤੁਸੀਂ ਇੰਨੀ ਪਿਆਰੀ ਸ਼ਾਇਰੀ ਕਰਦੇ ਹੋ, ਤੇ ਕੁਛ ਜਾਂਦੇ ਕਿਉਂਕਿ ਆਖਰੀ ਰਹਿ ਗਏ ਨੇ ਸਾਡੇ ਕੋਲ 3 ਮਿੰਟ,
मैं चाहनी हाँ कि मैं तुहाडी ਤੁਹਾਨੂੰ शायरी ਜੀ ਇੱਕੋ ਨਜ਼ਮ ਸੁਣਾ ਦੇਣਾ जी ਤੇ ਨਾਲ ਮੈਂ ਤੁਹਾਨੂੰ ਸਚਲ ਸਰਮਸ ਦਾ ਉਹ ਵੀ ਕਾਫੀ ਦੇ ਜਿਹੜੇ ਤੁਸੀਂ ਬੋਲ ਬੋਲੇ ਹਨ ਨਾ ਇਹ ਪੂਰੀ ਕਾਫੀ ਵੀ ਬਹੁਤ ਪਿਆਰੀ ਕਾਫੀ ਇਹ ਅਸੀਂ ਹਾਂ ਜਦੋਂ ਤੁਹਾਡੇ ਨਾਲ ਮੈਂ ਗੱਲਬਾਤ ਕਰ ਰਹੀ ਸਾਂ ਮੈਨੂੰ ਬਹੁਤ ਮਜ਼ਾ ਆਇਆ ਨਾਜ਼ਰੀਨ ਨੂੰ ਦੱਸਦੇ ਹਾਂ ਜਾਵਾਂ ਜਨਾਬ ਅਸੀਂ ਜਿਹੜਾ ਸ਼ੋਅ ਤੋਂ ਪਹਿਲੇ ਗੱਲਬਾਤ ਕੀਤੀ ਉਹ ਇੰਨੀ ਫਰੂਟਫੁਲ ਸੀ ਕਿ ਮੈਂ ਉਹਦੇ ਬਾਅਦ ਸਾਨੂੰ ਫਿਆਜ਼ ਸਾਹਿਬ ਨੇ ਸਾਡੇ ਸ਼ੋਅ ਸਾਡੇ ਉੱਤੇ ਅੱਗੇ ਫਿਊਚਰ 'ਚ ਕੋਈ ਜੁਲਾਈ ਤੋਂ ਹਾਂ ਬਾਅਦ ਅਸੀਂ 10 ਸ਼ੋਅ ਹੋਰ ਵੀ ਕਰਾਂਗੇ ਜਿਹਦੇ 'ਚ ਤੁਸੀਂ ਬਹੁਤ ਕੁਝ ਹਾਂ ਤੁਹਾਨੂੰ ਇਨਫੋਰਮੇਸ਼ਨ ਉਹਨਾਂ ਨੇ ਸਚਲ ਦੀ ਬੜੀ ਸੋਹਣੀ ਕਾਫੀ ਹੈ ਉਹ ਸਰਾਇਕੀ ਦੀ ਉਹਨਾਂ ਸ਼ਾਇਰੀ ਕੀਤੀ ਹੈ ਬੜੀ ਜੀ ਹੁਣ ਇੱਥੇ ਜਿਹੜੇ ਸਾਡੇ ਆਏ ਬਾਬਾ ਫਰੀਦ ਗੰਜ ਸ਼ੱਕਰ ਸਚਲ ਸਰਮਾਸ ਤੋਂ ਕੋਈ ਵਸਤ ਏਸ਼ੀਆ ਤੋਂ ਆਇਆ ਕੋਈ ਈਰਾਨ ਤੋਂ ਕੋਈ ਕਿਥਾਂ ਆਇਆ ਉਹਨਾਂ ਨੇ ਤਾਂ ਅਰਬੀ ਫਾਰਸੀ ਨਹੀਂ ਕੀਤਾ ਉਹਨਾਂ ਨੂੰ ਪਤਾ ਲੋਕਾਂ ਨੂੰ ਅਰਬੀ ਫਾਰਸੀ ਨਾਲ ਨਹੀਂ ਗੱਲ ਪੜ੍ਹਨੀ ਗੱਲ ਤੇ ਉਹ ਹੈ ਇਹ ਮਸਲਾ ਨਹੀਂ ਹੈ ਉਹਨਾਂ ਨੇ ਆਖਿਆ ਕਿ ਇਸ਼ਕ ਦੇ ਬਾਜ ਬਿਆ ਸਭ ਕੂੜ ਸੂਲੀ ਤੇ ਮਨਸੂਰ ਨਾ ਕੋਈ ਦੋਜ਼ਖ ਨਾ ਕੋਈ ਜੰਨਤ ਨਾ ਕੋਈ ਹੂਰ ਕਸੂਰ ਦਿਲ ਸਾਡਾ ਨਹੀਂ ਮੰਨੇਂਦਾ ਮੁੱਲਿਆਂ ਦਾ ਮਸਕੂਰ ਹੁਣ ਹੂਰਾ ਕਸੂਰਾਂ ਦੀ ਜਿਹੜੀ ਕਹਾਣੀਆਂ ਸੁਣਾਉਣ ਤੇ ਲੱਗੇ ਹੋਏ ਨੇ ਅਸਲ ਉਹ ਗੱਲ ਨਹੀਂ ਹੈ ਅਸਲ ਗੱਲ ਹੈ ਉਹਦੇ ਪਿੱਛੋਂ ਪੈਗਾਮ ਕੀ ਹੈ ਸਹੀ ਸਹੀ ਠੀਕ ਹੈ ਨਾ ਹਾਂਜੀ ਉਹ ਇਹ ਪੈਗਾਮ ਇੱਕੋ ਹੀ ਹੈ ਸਭ ਦਾ ਰਾਂਝਣ ਦੀ ਜਿਹੜੀ ਮੁਰਲੀ ਹੈ ਉਹਨਾਂ ਦਾ ਜੋ ਪੈਗਾਮ ਹੈ ਉਹ ਹੈ ਮੈਂ ਨਹੀਂ ਸਭ ਤੋਂ और प्यार का सांझ दा सर अपनी शायरी भी थोड़ी जेही फैज साहब थोड़ी शायरी भी सुनना चाहेंगे साडे सारे नाज़रीन भी नज़म लिखी आई पिछले दियां हां जी ओ जॉर्ज फ्लॉयड दी मौत ते में लिखी है ठीक ओ तुम सुना देना इरशाद जी बिस्मिल्लाह जिन्हां लोगां नू कोई होवे शिकायत कि भाई धुआंधार मेरे अंदर खत्म हो गया अच्छा नहीं ਇਹ ਮਤਲਬ ਹੁਣ ਇਹ ਸਾਡੀ ਸਰਾਕੀ ਜ਼ਬਾਨ ਹੈ ਇਹਦਾ ਥੋੜਾ ਜਿਹਾ ਦੱਸ ਦੇਵਾਂ ਸਾਡੀ ਜਿਹੜੀ ਬਾਹਰ ਦੀ ਬੋਲੀ ਹੈ ਜਿਹੜੀ ਦਰਿਆਵਾਂ ਦੇ ਦਰਮਿਆਨ ਜਿਹੜੀ ਬਾਹਰ ਹਨ ਉਹਦੀ ਬੋਲੀ ਮੈਂ ਬਾਹਰ ਦਾ ਹਾਂ ਰਾਵੀ ਦੀ ਕੱਦੀ ਤਰ੍ਹਾਂ ਬਣਾ ਲਾਂ ਉਹਨੂੰ ਸਰਾਇਕੀ ਆਖਦੇ ਨੇ ਪੰਜਾਬੀ ਪੰਜਾਬੀ ਆਖਦੇ ਜਿਵੇਂ ਮੇਰਾ ਅਮਰੀਕਨ ਦੋਸਤ ਹੈ ਜਿਹਨੂੰ ਆਸਟ੍ਰੇਲੀਅਨ ਜਰਮਨ ਵੀ ਸਮਝਦਾ ਹੈ ਤੇ ਇਸ ਵਾਸਤੇ ਜ਼ਬਾਨ ਉਹ ਹੈ ਇਹਦਾ ਨਾਂ ਹੈ ਅੰਧਾਰੇ ਦਾ ਚਾਨਣ ਨਜ਼ਮ ਦਾ ਨਾਂ ਜੀ ਅੰਧਾਰੇ ਦਾ ਅੰਧੇਰਾ ਹਾਂਜੀ ਹਾਂ ਬੱਤੀਆਂ ਵਿਸਮਣ ਦਾ ਵੇਲਾ ਆਇਆ ਹੈ ਗੂੜੀ ਕਾਲੀ ਰਾਤ ਦੇ ਬੰਨੇ ਤੇ ਚੰਨ ਦਿਸਦਾ ਹੈ ਇਤਵਾਰੀ ਤਾਂ ਚੋਰਾਂ ਚੁੱਪ ਨਹੀਂ ਵੱਟੀ ਯਾਨੀ ਰਾਤ ਚੰਨ ਦੀ ਚਾਨਣੀ ਤੇ ਚੋਰਾਂ ਵਟ ਲਈ ਚੁੱਪ ਉਸ ਇਤਵਾਰੀ ਤਾਂ ਚੋਰਾਂ ਚੁੱਪ ਨਹੀਂ ਵੱਟੀ ਸੜਕ ਤੇ ਬੇਵਸ ਬੇਕਸ ਜਾਰਜ ਫਲੋਇਡ ਸਾਹ ਟੁੱਟਦੇ ਅਮਣੀ ਕੂ ਜੋ ਰੋ ਰੋ ਅਰਜ਼ ਸੁਣਾਈ ਕਾਵਾਂ ਸੁੱਤਿਆਂ ਦਿਲਾਂ ਵਿੱਚ ਝੋਕਾਂ ਵੰਝ ਅਪੜਾਈ ਵਾਹ ਵਾਹ ਕਾਵਾਂ ਸੁੱਤਿਆਂ ਦਿਲਾਂ ਦੀ ਝੋਕਾਂ ਵੰਝ ਅਪੜਾਈ ਵਸ ਕੋਈ ਛਲ ਆਈ ਹੈ ਪੂਰਬ ਪੱਛਮ ਉੱਤਰ ਦੱਖਣ ਲਿਸ਼ਕੀ ਗੂੜੀ ਕਾਲੀ ਰਾਤ ਕੰਨਾਂ ਅੱਖੀਆਂ ਦਿਲਾਂ ਨੇ ਪੂਰੇ ਜਗ ਵਿੱਚ ਦਰਦ ਦਾ ਮੁਸ਼ਕ ਵੰਡਾਇਆ ਵਾਹ ਪੜਿਆਰਾਂ ਨੇ ਸਬਕ ਭੁਲਾਏ ਰਈਅਤ ਰੂਪ ਵਟਾਇਆ ਵਾਹ ਡਰਦੀਆਂ ਬਾਧਾਂ ਦੇ ਮੁੱਕਣ ਦਾ ਵੇਲਾ ਆਇਆ ਕੰਬੜੀ ਦਿਲੜੀ ਸਭ ਜਗ ਤੇਰਾ ਵਿਹੜਾ ਹੈ ਹੁਣ ਭਰੇ ਬਾਜ਼ਾਰੀ ਝੁੰਮਰ वाह हम भरे बाजारी जुंगर वाह 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 थैंक यू सो मच फयाज साहब थैंक यू सो मच मैं धन्यवादी हाँ शुक्रगुजार हाँ तुसी अपना टाइम कढ़िया और चैनल ते आए गिम्मी टीवी थोड़े बहुत ग्रेटफुल है और यकीनन गिम्मी साहब भी उत्ते बैठे बहुत खुश होते कि आज मेरी धी कितों कितों बंदे लभ के जड़े हीरे ने ਉਹਨਾਂ ਨੂੰ ਲੈ ਕੇ ਆ ਰਹੀ ਹੈ ਸਭ ਦੇ ਸਾਹਮਣੇ ਤੇ ਉਹ ਆਪਣਾ ਨੌਲੇਜ ਬੜੀ ਮਿਹਰਬਾਨੀ ਜੀ ਬੜਾ ਦਿਲ ਖੁਸ਼ ਹੋਇਆ ਇਨਸ਼ਾਅੱਲਾ ਇਹ ਵਕਤ ਸਾਡਾ ਸਿਲਸਿਲਾ ਜਾਰੀ ਰਹੇ ਬਹੁਤ ਮਿਹਰਬਾਨੀ ਇਹਦੇ ਨਾਲ ਮੈਂ ਇਸ ਪ੍ਰੋਗਰਾਮ ਤੇ ਸ਼ਰਾਜ਼ੀ ਸਾਹਿਬ ਨੂੰ ਖਾਸ ਸ਼ੁਕਰੀਆ ਕਹਾਂਗੀ ਜੀ ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਮਿਲਵਾਇਆ ਬਹੁਤ ਮਿਹਰਬਾਨੀ ਡਾਕਟਰ ਹਾਂਜੀ ਡਾਕਟਰ ਮਨਜ਼ੂਰ ਇਜਾਜ਼ ਦਾ ਵੀ ਸ਼ੁਕਰੀਆ ਜਿਹੜੇ ਜਿਨ੍ਹਾਂ ਦੇ ਤਫੈਲ ਤੁਸੀਂ ਮੈਨੂੰ ਮਿਲੇ
ਬਹੁਤ ਸ਼ੁਕਰੀਆ, ਥੈਂਕ ਯੂ ਸੋ ਬਹੁਤ- ਮਚ।